साध कै संग सब कुले उदार। साध संग साजन मीत कुटुंब निस्तार। साधु कै संग सो तन पावै। जिस तन ते सबको वरसावै। साध संग धर्म राय करे सेवा। साध कै संग सुबासुर देवा। साधु कै संग पाप पलायन। साध संग अमृत गुण गायन। साध कै संग सर्ब थान गम। नानक साध कै संग सफल जन्म। सफल मूरत सफला कड़ी। सफल मूरत सफला कड़ी। जिद सच्चे नाल प्यार। दुख संताप ना लगई। जिस हर का नाम आधार। सफल मूरत सफला कड़ी। ज़ारा ज़हूर हाजरा हजूर सर्व कला भरपूर समर्थ गुरु। लोक परलोक दे रखियक भगत वशल। ज्ञान दा सागर दसां पातशाहियां दी जोत धन धन ਸਾਹਿਬ श्री गुरु ग्रंथ साहिब महाराज जी दी पावन पवित्र गोद हजूरी दे विच गुर शब्द दे नाल गुरु चरनां दे नाल जुड़ बैठी साध संगत। आप जी धनता दे योग वडभागे हो। सतगुरु जी ने महान ने अपार बख्शिश की है। जीवन स्वास उद्यम इशनान तंदुरुस्तियां बख्शियां हैं और रोज़ाना की तरह गुरु की गोद विच बैठ के गुरु शब्द दे नाल जुड़न दा बहुत ही प्यारा शुभ समा जिहड़ा है वो प्राप्त होए। गुरु जी मेहर करन, सतगुरु जी दया करन। साडा समा बहुत ही जो अनमोल है, गुरु की कृपा दे नाल बहुत कीमती बन जाए। कीमती चीज़ दी बहुत ज़्यादा देखभाल होंदी है, बहुत ज़्यादा ध्यान रखा जाता है। जो चीज़ कीमती ना होवे, काम दी ना होवे, उसनू वेस्ट समझ के कूड़े विच जां कुआड़ विच रख दिता जाता है।
ਉਸ ਨੂੰ ਬਹੁਤ ਘੱਟ ਇਸਤੇਮਾਲ ਕੀਤਾ ਜਾਂਦਾ ਹੈ, ਕਿਉਂਕਿ ਉਸ ਦੀ ਕੋਈ ਜ਼ਰੂਰਤ ਨਹੀਂ, ਕੀਮਤ ਨਹੀਂ, ਲੋੜ ਨਹੀਂ। ਪਰ ਜਿਸ ਚੀਜ਼ ਦੀ ਲੋੜ ਹੁੰਦੀ ਹੈ ਉਸ ਚੀਜ਼ ਦੀ ਕੀਮਤ ਵੀ ਹੁੰਦੀ ਹੈ। ਜਿਸ ਵਸਤੂ ਦੀ ਲੋੜ ਨਾ ਹੋਵੇ ਉਸ ਦੀ ਕੀਮਤ ਵੀ ਨਹੀਂ ਹੁੰਦੀ। ਜਿਸ ਵਸਤੂ ਦੀ ਲੋੜ ਨਾ ਹੋਵੇ ਉਸ ਦੀ ਕੀਮਤ ਭਾਵੇਂ ਹੋਵੇ ਪਰ ਉਸ ਦੀ ਕੀਮਤ ਪੈਂਦੀ ਨਹੀਂ। ਗੁਰੂ ਸਾਡੀ ਲੋੜ ਹੈ, ਗੁਰੂ ਦੀ ਸਾਨੂੰ ਜ਼ਰੂਰਤ ਹੈ, ਸ਼ਬਦ ਦੀ ਸਾਨੂੰ ਜ਼ਰੂਰਤ ਹੈ। ਇਹ ਵੱਖਰੀ ਗੱਲ ਹੈ ਕਿਸੇ ਨੂੰ ਇਸ ਦੀ ਜ਼ਰੂਰਤ ਨਾ ਹੋਵੇ ਉਸ ਦੀ ਸੋਚ ਮੁਤਾਬਕ, ਪਰ ਗੁਰੂ ਦੀ ਸਾਨੂੰ ਜ਼ਰੂਰਤ ਹੈ, ਬਹੁਤ ਜ਼ਿਆਦਾ ਜ਼ਰੂਰਤ ਹੈ। ਗੁਰੂ ਤੋਂ ਬਿਨਾਂ ਮਨੁੱਖ ਜਿਹੜਾ ਮਹਾਰਾਜ ਜੀ ਕਹਿੰਦੇ ਅਧੂਰਾ ਹੈ। ਗੁਰੂ ਤੋਂ ਬਿਨਾਂ ਜ਼ਿੰਦਗੀ ਦੇ ਵਿੱਚ ਹਨੇਰਾ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰ ਕਰ ਰੇ ਮਨ ਮੇਰੇ। ਸੋ ਗੁਰੂ ਦੀ ਕਿਰਪਾ ਦ੍ਰਿਸ਼ਟੀ ਤੋਂ ਬਿਨਾਂ ਜ਼ਿੰਦਗੀ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ, ਦੁਬਦਾ ਭਰਮ, ਇਹ ਮਿਟ ਨਹੀਂ ਸਕਦੇ, ਜਾ ਨਹੀਂ ਸਕਦੇ। ਸੋ ਗੁਰੂ ਐਸਾ ਪ੍ਰਕਾਸ਼ ਹੈ, ਐਸਾ ਗਿਆਨ ਦਾ ਸਾਗਰ ਹੈ ਜਿਸ ਵਿੱਚ ਅਸੀਂ ਇੱਕ ਮਛਲੀ ਦੀ ਤਰ੍ਹਾਂ ਰਹਿੰਦੇ ਹਾਂ ਔਰ ਉਸ ਸਾਗਰ ਦਾ ਅਸੀਂ ਅੰਤ ਨਹੀਂ ਪਾ ਸਕਦੇ। ਬਹੁਤ ਵੱਡਾ ਹੈ, ਅਸੀਂ ਬਹੁਤ ਛੋਟੇ ਹਾਂ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਜਹ ਜਹ ਦੇਖਾਂ ਤਹ ਤਹ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਸੋ ਗੁਰੂ ਇੱਕ ਬਹੁਤ ਵੱਡੀ ਸ਼ਕਤੀ ਹੈ, ਤਾਕਤ ਹੈ, ਬਹੁਤ ਵੱਡਾ ਇੱਕ ਵਿਸ਼ਾਲ ਸਾਗਰ ਦੀ ਤਰ੍ਹਾਂ। ਸੋ ਇਸ ਲਈ ਗੁਰੂ ਜੀ ਮਿਹਰ ਕਰੇ ਸੋ ਅਸੀਂ ਉਸ ਸਾਗਰ ਦੀ ਮਛਲੀ ਹੀ ਬਣ ਕੇ ਰਹੀਏ। ਜਿਵੇਂ ਸਾਗਰ ਦੀ ਮਛਲੀ ਸਾਗਰ ਤੋਂ ਬਿਨਾਂ ਰਹਿ ਨਹੀਂ ਸਕਦੀ, ਜੀ ਨਹੀਂ ਸਕਦੀ। ਸੋ ਇਸੇ ਤਰ੍ਹਾਂ ਗੁਰੂ ਮਿਹਰ ਕਰੇ ਜੋ ਸਿੱਖ ਹੈ ਉਹ ਵੀ ਗੁਰੂ ਸ਼ਬਦ ਤੋਂ ਬਿਨਾਂ, ਸੱਚ ਤੋਂ ਬਿਨਾਂ, ਮਿਹਰ ਤੋਂ ਬਿਨਾਂ, ਗੁਰੂ ਦੀ ਬਾਣੀ ਤੋਂ ਬਿਨਾਂ ਰਹਿ ਨਹੀਂ ਸਕਦਾ, ਜੀ ਨਹੀਂ ਸਕਦਾ। ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣੇ ਔਖਾ ਸਾਚਾ ਨਾਉ। ਸੋ ਗੁਰੂ ਨੇ ਮਿਹਰ ਕੀਤੀ ਹੈ, ਸਾਨੂੰ ਦਾਤ ਬਖਸ਼ਿਸ਼ ਕੀਤੀ ਹੈ ਆਪਣੇ ਚਰਨਾਂ ਵਿੱਚ, ਆਪਣੀ ਗੋਦ ਵਿੱਚ ਬੈਠਣ ਦੀ। ਸੋ ਆਓ ਇਸ ਸਮੇਂ ਨੂੰ ਸਫਲ ਕਰੀਏ। ਲੜੀਵਾਰ ਸ਼ਬਦ ਦੀ ਵਿਚਾਰ ਆਰੰਭ ਕਰਦੇ ਹਾਂ। ਬਹੁਤ ਹੀ ਪਿਆਰੀ ਵਿਚਾਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਕਿਰਪਾ ਸਦਕਾ ਅਸੀਂ ਸ਼ਬਦ ਸਰਵਣ ਕੀਤਾ। ਸ਼ਬਦ ਦੀਆਂ ਪੰਕਤੀਆਂ ਹਨ। ਸਾਧ ਕੇ ਸੰਗ ਸਭ ਕੁਲ ਉਧਾਰੇ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਗੁਰਮੁਖਾਂ ਦੀ ਸੰਗਤ ਨਾਲ, ਸਾਧਿਆਂ ਦੀ ਸੰਗਤ ਨਾਲ, ਗੁਰੂ ਦੀ ਸੰਗਤ ਦੇ ਨਾਲ ਮਹਾਰਾਜ ਜੀ ਕਹਿੰਦੇ ਮਨੁੱਖ ਆਪ ਕੇਵਲ ਨਹੀਂ ਤਰਦਾ, ਉਹ ਆਪਣੀਆਂ ਕੁਲਾਂ ਨੂੰ, ਆਪਣੇ ਮਿੱਤਰਾਂ ਨੂੰ, ਆਪਣੇ ਸਮਾਜ ਨੂੰ, ਆਪਣੇ ਦੇਸ਼ ਨੂੰ, ਆਪਣੀ ਕੌਮ ਨੂੰ ਔਰ ਸਭ ਨੂੰ ਹੀ ਤਾਰਨ ਦੇ ਸਮਰੱਥ ਬਣ ਜਾਂਦਾ ਹੈ। ਆਪ ਨਹੀਂ ਕੇਵਲ ਮੁਕਤ ਹੁੰਦਾ, ਆਪ ਨਹੀਂ ਕੇਵਲ ਸੱਚ ਦੇ ਰਾਹ ਤੇ ਤੁਰਦਾ, ਉਹ ਹੋਰਾਂ ਨੂੰ ਵੀ ਤੋਰ ਲੈਂਦਾ। ਆਪ ਨਹੀਂ ਬਚਦਾ, ਉਹ ਦੂਸਰੇ ਨੂੰ ਵੀ ਬਚਾ ਲੈਂਦਾ।
ਉਹ ਕੇਵਲ ਆਪ ਨਹੀਂ ਤਰਦਾ, ਦੂਸਰੇ ਨੂੰ ਵੀ ਤਾਰ ਲੈਂਦਾ ਹੈ। ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਦੋਂ ਕਿਸੇ ਪਰਿਵਾਰ ਦੇ ਵਿੱਚ, ਕਿਸੇ ਖਾਨਦਾਨ ਦੇ ਵਿੱਚ, ਕਿਸੇ ਕੁਟੰਬ ਦੇ ਵਿੱਚ, ਕਿਸੇ ਫੈਮਿਲੀ ਦੇ ਵਿੱਚ ਕੋਈ ਰੱਬ ਦਾ ਪਿਆਰਾ ਭਗਤ ਪੈਦਾ ਹੋਏਗਾ, ਨੈਚੁਰਲੀ ਉਸ ਦੀਆਂ ਕੁਲਾਂ ਤਰਨਗੀਆਂ। ਉਹ ਕਿਸ ਤਰ੍ਹਾਂ ਤਰਨਗੀਆਂ? ਕਿਉਂਕਿ ਉਸ ਦਾ ਜੀਵਨ ਜਿਹੜਾ ਇੰਨਾ ਉੱਚਾ ਤੇ ਸੁੱਚਾ ਹੋਏਗਾ, ਉਸ ਦੇ ਉੱਚੇ ਤੇ ਸੁੱਚੇ ਜੀਵਨ ਦਾ ਪ੍ਰਭਾਵ ਜਿਹੜਾ ਉਸ ਦੇ ਪਰਿਵਾਰ ਤੇ ਪੈਣਾ ਲਾਜ਼ਮੀ ਹੈ, ਕੁਦਰਤੀ ਹੈ, ਪਵੇਗਾ। ਔਰ ਉਸ ਦੇ ਗੁਣਾਂ ਦਾ ਪ੍ਰਭਾਵ ਐਸਾ ਪੈਂਦਾ ਹੈ, ਉਹ ਸਦੀਆਂ ਤੱਕ, ਯੁੱਗਾਂ ਤੱਕ, ਕੁਲਾਂ ਤੱਕ ਉਹ ਹਮੇਸ਼ਾ ਹੀ ਸਦੀਵੀ ਰਹਿੰਦਾ, ਉਹ ਬਖਸ਼ਿਸ਼ ਰਹਿੰਦੀ ਹੈ। ਜਿਵੇਂ ਤੁਸੀਂ ਬੜੀ ਵਾਰ ਸੁਣਿਆ, ਜਿਵੇਂ ਝੂਠ ਦਾ ਅਸਰ ਬਹੁਤ ਦੇਰ ਤੱਕ ਰਹਿੰਦਾ ਹੈ, ਕਿਸੇ ਦੇ ਕੌੜੇ ਬਚਨ ਦਾ ਅਸਰ ਬਹੁਤ ਦੇਰ ਤੱਕ ਰਹਿੰਦਾ ਹੈ, ਤੇ ਸੱਚ ਜਿਹੜਾ ਹੈ ਇਹ ਸਦੀਵੀ ਹੈ। ਸੱਚ ਜਿਹੜਾ ਹੈ ਇਹ ਹਮੇਸ਼ਾ ਦੇ ਲਈ, ਸੱਚ ਦਾ ਅਸਰ ਸਦਾ ਹੀ ਰਹਿੰਦਾ। ਅਸੀਂ ਰੋਜ਼ ਗੁਰਬਾਣੀ ਸਰਵਣ ਕਰਦੇ ਹਾਂ, ਗੁਰਬਾਣੀ ਨੂੰ ਪੜ੍ਹਦੇ ਹਾਂ। ਇਸ ਗੁਰਬਾਣੀ ਦਾ ਅਸਰ ਇਹ ਸਦੀਵੀ ਹੈ। ਇਹ ਨਹੀਂ ਵੀ ਕੱਲ ਸੁਣੀ ਸੀ, ਕੱਲ ਦੇ ਨਾਲ ਉਹ ਖਤਮ ਹੋ ਗਈ। ਜਿਹੜਾ ਕੱਲ ਸਤਸੰਗ ਕੀਤਾ ਸੀ ਵੀ ਉਹ ਕੱਲ ਦਾ ਸਤਸੰਗ, ਕੱਲ ਦੇ ਨਾਲ ਕੰਮ ਖਤਮ ਹੋ ਗਿਆ, ਨਹੀਂ। ਜਿਵੇਂ ਕਿਸੇ ਨੇ ਕੱਲ ਅਕਾਊਂਟ ਦੇ ਵਿੱਚ ਪੈਸੇ ਜਮ੍ਹਾਂ ਕਰਵਾਏ, ਉਸ ਦੇ ਅੱਜ ਵਧਣਗੇ ਘਟਣਗੇ ਨਹੀਂ, ਉਸ ਦੇ ਹਮੇਸ਼ਾ ਵਧਣਗੇ ਘਟਣਗੇ ਨਹੀਂ। ਜੇ ਕੱਲ ਕਿਸੇ ਨੇ ਗੁਰੂ ਦੀ ਸੰਗਤ ਕੀਤੀ ਹੈ, ਕੱਲ ਕਿਸੇ ਨੇ ਨਿਤਨੇਮ ਕੀਤਾ ਹੈ, ਕੱਲ ਕਿਸੇ ਨੇ ਅਭਿਆਸ ਕੀਤਾ ਹੈ, ਕੱਲ ਕਿਸੇ ਨੇ ਚੰਗਾ ਕਰਮ ਕੀਤਾ ਹੈ, ਤੇ ਉਹ ਸਦੀਵੀ ਹੋ ਗਿਆ, ਹਮੇਸ਼ਾ ਲਈ ਜਮਾ ਹੋ ਗਿਆ, ਜਮਾ ਪੂੰਜੀ। ਔਰ ਇਸ ਜਮਾ ਪੂੰਜੀ ਦੇ ਨਾਲ ਹੀ ਮਹਾਰਾਜ ਜੀ ਕਹਿੰਦੇ ਲੇਖੇ ਨਿਬੇੜੇ ਜਾਂਦੇ ਨੇ। ਇਸ ਜਮਾ ਪੂੰਜੀ ਨੂੰ ਦੇਖ ਕੇ ਹੀ ਆਪੇ ਕੰਡਾ ਤੋਲ ਤਰਾਜੂ, ਪ੍ਰਭ ਆਪੇ ਤੋਲਨ ਹਾਰਾ। ਆਪੇ ਦੇਖੇ, ਆਪੇ ਬੂਝੇ, ਆਪੇ ਹੈ ਉਨਿਆਰਾ। ਉਹ ਇਨਸਾਫ ਦੇ ਤਰਾਜੂ ਤੇ ਰੱਖ ਕੇ ਨਿਆਂਕਾਰੀ, ਉਹ ਰਾਜਾ ਪਰਮਾਤਮਾ ਮਹਾਰਾਜ ਜੀ ਕਹਿੰਦੇ ਇਸ ਦਾ ਇਨਸਾਫ ਕਰਦਾ ਹੈ। ਸੋ ਇਸ ਲਈ ਗੁਰੂ ਮਹਾਰਾਜ ਜੀ ਦੀ ਬੜੀ ਪਿਆਰੀ ਪੰਕਤੀ ਆਰੰਭ ਹੋਈ ਹੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ। ਸਾਰੇ ਸੱਜਣ ਮਿੱਤਰ ਉਸਦੇ, ਸਾਰਾ ਖਾਨਦਾਨ, ਸਾਰਾ ਪਰਿਵਾਰ ਗੁਰੂ ਦੀ ਕਿਰਪਾ ਦੇ ਨਾਲ ਹਮੇਸ਼ਾ ਪ੍ਰਭਾਵਿਤ ਹੁੰਦਾ ਹੈ ਜਾਂ ਤਰ ਜਾਂਦਾ ਹੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ। ਗੁਰੂ ਦੀ ਸੰਗਤ ਵਿੱਚ, ਸਾਧੂਆਂ ਦੀ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਕਰਨ ਦੇ ਨਾਲ ਪਾਤਸ਼ਾਹ ਜੀ ਕਹਿੰਦੇ ਉਹ ਧਨ ਲੱਭਦਾ ਹੈ ਜਿਹੜਾ ਕਿਸੇ ਕੋਲ ਨਹੀਂ ਹੈ। ਉਹ ਧਨ ਸੰਗਤ ਵਿੱਚੋਂ ਮਿਲਦਾ ਹੈ, ਜਿਹੜਾ ਧਨ ਕਿਸੇ ਦੁਨੀਆ ਦੇ ਬੰਦੇ ਕੋਲੋਂ ਮਿਲ ਨਹੀਂ ਸਕਦਾ, ਨਾ ਪੈਸੇ ਦੇ ਨਾਲ, ਨਾ ਤਰਲੇ ਦੇ ਨਾਲ, ਨਾ ਕਿਸੇ ਚਤੁਰਾਈ ਦੇ ਨਾਲ। ਇਹ ਜਿਹੜਾ ਧਨ ਹੈ ਕਿਸੇ ਕੋਲੋਂ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਪਰ ਇਹ ਧਨ ਜਿਹੜਾ ਸਤਿਗੁਰ ਤੋਂ ਸੰਗਤ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ। ਸਬਰ, ਸੰਤੋਖ, ਪ੍ਰੇਮ, ਵੇਦਨਾ, ਸ਼ਰਧਾ, ਭਰੋਸਾ, ਨੇਮ, ਇਹ ਸਾਰੀਆਂ ਚੀਜ਼ਾਂ, ਪੁੰਨ, ਸੱਚ, ਇਸ ਨੂੰ ਧਨ ਕਿਹਾ ਬਾਣੀ ਵਿੱਚ। ਇਹ ਧਨ ਤੇ ਜਿਸ ਨੇ ਕਮਾਇਆ ਹੋਏਗਾ, ਕਮਾਈ ਵਾਲੇ ਕੋ ਮਿਲੇਗਾ। ਸਾਡੇ ਗੁਰੂਆਂ ਨੇ ਕਮਾਇਆ, ਗੁਰੂ ਦੇ ਸਿੱਖਾਂ ਨੇ ਕਮਾਇਆ, ਗੁਰੂ ਦੇ ਬਖਸ਼ਿਆ ਹੋਇਆਂ ਨੇ ਕਮਾਇਆ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ,
ਸੰਤਨ ਘਰ ਪਾਏ। ਮਤਲਬ ਜਿਵੇਂ ਤੁਸੀਂ ਸਰਵਨ ਰੋਜ਼ ਕਰ ਰਹੇ ਹੋ ਇਹ ਅਸ਼ਟਪਦੀ ਵੀ ਸਾਧੇ ਹੋਏ ਸੰਗਤ ਕਰਨ ਵਾਲੇ, ਔਰ ਗੁਰੂ ਵੀ ਅਸੀਂ ਇੱਥੇ ਕਹਿ ਸਕਦੇ ਸਾਡੇ ਸਤਿਗੁਰੂ ਜੀ, ਉਹਨਾਂ ਕੋਲੋਂ ਉਹਨਾਂ ਦੀ ਸੰਗਤ ਰਾਹੀਂ ਹੀ ਇਹ ਕੀਮਤੀ ਧਨ ਜਿਹੜਾ ਹੈ ਪ੍ਰਾਪਤ ਹੁੰਦਾ ਹੈ। ਹੋਰ ਕਿਸੇ ਕੋਲੋਂ ਇਹ ਧਨ ਪ੍ਰਾਪਤ ਨਹੀਂ ਹੁੰਦਾ, ਗੁਰਮੁਖਾਂ ਦੇ ਕੋਲੋਂ ਹੁੰਦਾ। ਸੋ ਜੋ ਗੁਰਮੁਖਾਂ ਦੀ ਸੰਗਤ ਕਰਦਾ ਹੈ, ਗੁਰਮੁਖਾਂ ਦੇ ਕੋਲ ਬਹਿੰਦਾ ਹੈ, ਉਸ ਨੂੰ ਇਹ ਕੀਮਤੀ ਧਨ ਜਿਹੜਾ ਮਹਾਰਾਜ ਜੀ ਕਹਿੰਦੇ ਪ੍ਰਾਪਤ ਹੋ ਜਾਂਦਾ ਹੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ। ਇਹ ਐਸਾ ਧਨ ਹੈ ਜਿਸ ਦੇ ਮਿਲਣ ਦੇ ਨਾਲ ਬੰਦਾ ਬਹੁਤ ਜ਼ਿਆਦਾ ਧਨਵਾਨ ਹੋ ਜਾਂਦਾ ਹੈ, ਜਾਂ ਅਮੀਰ ਕਹਿ ਲਈਏ। ਅਮੀਰੀ ਮਤਲਬ ਪੈਸੇ ਵਾਲਾ ਅਮੀਰ ਨਹੀਂ, ਅੰਦਰੋਂ ਅਮੀਰ ਹੋ ਜਾਂਦਾ। ਅੰਦਰੋਂ ਅਮੀਰ ਦਾ ਦੂਸਰਾ ਮਤਲਬ ਇਹ ਕਹਿ ਸਕਦੇ ਹਾਂ ਬੇਪਰਵਾਹ ਹੋ ਜਾਂਦਾ। ਔਰ ਇਸ ਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਉਹ ਹਰ ਚੀਜ਼ ਤੋਂ ਪਰੇ ਔਰ ਮੁਕਤ ਹੋ ਜਾਂਦਾ। ਇਸ ਨੂੰ ਬੇਪਰਵਾਹੀ ਕਹਿੰਦੇ ਨੇ, ਇਸ ਨੂੰ ਰਾਜੇ ਹੋਣਾ ਕਹਿੰਦੇ ਨੇ, ਇਸ ਨੂੰ ਅਮੀਰੀ ਕਹਿੰਦੇ ਨੇ, ਇਸ ਨੂੰ ਧਨ ਕਹਿੰਦੇ ਨੇ। ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਦਾ ਧਨ ਮਿਲ ਜਾਂਦਾ ਜਿਸ ਧਨ ਤੇ ਸਭ ਕੋ ਵਰਸਾਵਾ। ਐਸਾ ਧਨ ਜਿਸ ਧਨ ਨੂੰ ਜੇ ਕੋਈ ਕਿਧਰੇ ਕਿਸੇ ਨਾਲ ਸ਼ੇਅਰ ਵੀ ਕਰੇ, ਉਸ ਧਨ ਦੇ ਵਿੱਚ ਕਮੀ ਨਹੀਂ ਆਉਂਦੀ। ਅਸੀਂ ਚੰਗਾ ਖਿਆਲ, ਚੰਗਾ ਗੁਣ, ਚੰਗੀ ਵਿਚਾਰ ਕਿਸੇ ਨਾਲ ਸਾਂਝ ਕਰਦੇ ਹਾਂ, ਉਹ ਵਿਚਾਰ ਦੇ ਵਿੱਚ ਵਾਧਾ ਹੋਏਗਾ, ਪ੍ਰੋਗਰੈਸ ਹੋਏਗੀ। ਉਹ ਵਿਚਾਰ ਜਿਹੜਾ ਹੈ ਸਾਡਾ ਘਟੇਗਾ ਨਹੀਂ। ਮਤਲਬ ਨਾਮ ਦਾ ਖਜ਼ਾਨਾ ਜਿਹੜਾ ਹੈ ਉਹ ਕਦੇ ਵੀ ਘਟਦਾ ਨਹੀਂ, ਹਮੇਸ਼ਾ ਇਹਦੇ ਵਿੱਚ ਵਾਧਾ ਹੁੰਦਾ, ਹਮੇਸ਼ਾ ਇਸ ਵਿੱਚ ਵਾਧਾ ਹੁੰਦਾ। ਸੰਸਾਰ ਦੀ ਜਮ੍ਹਾਂ ਪੂੰਜੀ ਸੀਮਤ ਹੁੰਦੀ ਹੈ, ਇਹ ਘਟਦੀ ਹੈ। ਇਸ ਨੂੰ ਜਦੋਂ ਅਸੀਂ ਵਰਤਦੇ ਹਾਂ, ਯੂਜ਼ ਕਰਦੇ ਹਾਂ, ਇਹ ਘਟਦੀ ਹੈ। ਪਰ ਨਾਮ ਧਨ ਨੂੰ ਜਿੰਨਾ ਕੋਈ ਵੰਡਦਾ, ਸੱਚ ਦਾ ਪ੍ਰਚਾਰ ਜਿੰਨਾ ਕੋਈ ਕਰਦਾ ਜ਼ਿਆਦਾ, ਉਹ ਸੱਚ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਓਨਾ ਹੀ ਜ਼ਿਆਦਾ ਤੀਵਰ, ਓਨਾ ਹੀ ਛੇਤੀ ਜਿਹੜਾ ਹੈ ਉਹ ਹੋਰ ਉਸ ਦੇ ਕੋਲ ਆਉਣਾ ਸ਼ੁਰੂ ਹੋ ਜਾਂਦਾ, ਜਾਂ ਨਾਮ ਦੀਆਂ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਜਦੋਂ ਕੋਈ ਕਿਸੇ ਨੁਕਤੇ ਨੂੰ ਸਾਂਝਾ ਕਰਦਾ, ਆਪਣੇ ਗੁਰੂ ਦੀ ਬਖਸ਼ਿਸ਼ ਦੇ ਨਾਲ ਗਿਆਨ ਦੀ ਸਾਂਝ ਪਾਉਂਦਾ, ਉਹਦਾ ਗਿਆਨ ਘਟਦਾ ਨਹੀਂ। ਕਈਆਂ ਦੀ ਇਹ ਸੋਚ ਹੁੰਦੀ ਹੈ ਵੀ ਕਿਸੇ ਨੂੰ ਕੋਈ ਨੁਕਤਾ ਦੱਸ ਦਿੱਤਾ, ਖਾਸ ਕਰਕੇ ਜਿਹੜੇ ਲੋਕ ਉਸਤਾਦ ਲੋਕ ਹੁੰਦੇ ਨੇ, ਉਹ ਛੇਤੀ ਨੁਕਤੇ ਨਹੀਂ ਦੱਸਦੇ ਵੀ ਇਸ ਨੇ ਨੁਕਤਾ ਸਿੱਖ ਲਿਆ, ਇਹ ਤੇ ਆਪਣਾ ਵੱਖਰਾ ਕੰਮ ਖੋਲ ਕੇ ਬੈਠ ਜਾਏਗਾ, ਪਹਿਲਾਂ ਇਸ ਨੂੰ ਛੇਤੀ ਨੁਕਤਾ ਦੇਣਾ ਨਹੀਂ। ਜਿਹੜੇ ਪੁਰਾਣੇ ਉਸਤਾਦ ਲੋਕ ਹੁੰਦੇ ਸਨ, ਉਹ ਨੁਕਤੇ ਜਿਹੜੇ ਨੇ ਉਹ ਛੇਤੀ ਦਿੰਦੇ ਨਹੀਂ ਹੁੰਦੇ ਸਨ। ਕਿਸੇ ਨੇ ਕੋਈ ਮਿਸਤਰੀ ਦਾ ਕੰਮ ਸਿੱਖਣਾ ਹੁੰਦਾ ਸੀ, ਪੁਰਾਣੇ ਸਮੇਂ ਦੀ ਗੱਲ, ਅੱਜ ਤੋਂ 40-50 ਸਾਲ ਪਹਿਲਾਂ। ਕਿਸੇ ਨੇ ਕੋਈ ਦਰਜੀ ਦਾ ਕੰਮ ਸਿੱਖਣਾ ਹੋਵੇ, ਕਿਸੇ ਨੇ ਕੋਈ ਹੋਰ ਮੋਟਰ ਗੱਡੀ ਦਾ ਕੰਮ ਸਿੱਖਣਾ ਹੋਵੇ, ਉਸਤਾਦ ਲੋਕ ਇੱਕਦਮ ਨੁਕਤਾ ਨਹੀਂ ਸਨ ਦਿੰਦੇ। ਉਹ ਆਪਣੇ ਘਰ ਦੇ ਕੰਮ ਕਰਾਉਂਦੇ ਸਨ, ਪੱਠੇ ਕੁਤਰਾਉਂਦੇ ਸਨ, ਬੱਚਿਆਂ ਨੂੰ ਖਿਡਾਉਂਦੇ ਸਨ, ਕਈ ਕੁਝ ਕਰਦੇ ਸਨ। ਫਿਰ ਉਸਤਾਦ ਲੋਕ ਥੋੜਾ ਨੁਕਤਾ ਦਿੰਦੇ ਸਨ, ਜਦ ਕਿ ਨੁਕਤਾ ਜਿਹੜਾ ਗੁਰਮਤਿ ਦੇ ਅਨੁਸਾਰ ਯੋਗ ਜੇ ਕੋਈ ਦਿਸਦਾ ਤੇ ਉਸ ਨੂੰ ਇੱਕਦਮ ਦੇ ਦੇਣਾ ਚਾਹੀਦਾ। ਜੇ ਕੋਈ ਯੋਗਤਾ ਨਹੀਂ ਰੱਖਦਾ, ਜੇ ਕੋਈ ਦਿਲਚਸਪੀ ਨਹੀਂ ਰੱਖਦਾ, ਇਹ ਵੱਖਰੀ ਗੱਲ। ਪਰ ਜੇ ਕੋਈ ਨੁਕਤਾ ਲੈਣਾ ਚਾਹੁੰਦਾ, ਤੁਸੀਂ ਹੁਣ ਇੱਥੇ ਸਾਰੇ ਬੈਠੇ ਹੋ ਕਾਹਦੇ ਲਈ? ਸੱਚ ਦੀ ਵਿਚਾਰ ਸਰਵਣ ਕਰ ਲਈ, ਤੁਸੀਂ ਦੇਸ਼ ਪ੍ਰਦੇਸ਼ ਵੀ ਸਰਵਣ ਕਰ ਲਿਓ। ਜੇ ਮੈਂ ਕੋਈ ਚੀਜ਼ ਲੁਕਾ ਕੇ ਰੱਖਾਂ, ਬਈ ਮੈਂ ਸ਼ੇਅਰ ਕਰ ਦਿੱਤੀ, ਮੈਂ ਹੌਲਾ ਹੋ ਜਾਵਾਂਗਾ ਜਾਂ ਮੇਰੇ ਕੋਲ ਗਿਆਨ ਦੀ ਘਾਟ ਹੋ ਜਾਏਗੀ, ਇੰਜ ਨਹੀਂ ਹੈ। ਗਿਆਨ ਇੱਕ ਐਸੀ ਵਸਤੂ ਹੈ ਜਿਹੜਾ ਵੰਡਣ ਦੇ ਨਾਲ ਵੱਧਦਾ, ਘਟਦਾ ਨਹੀਂ। ਇਸ ਕਰਕੇ ਜੋ ਵੀ ਆਪਣੇ ਕੋਲ ਹੁੰਦਾ ਸਭ ਕੁਝ ਸ਼ੇਅਰ ਕਰ ਦਿਓ। ਜਿਹੜਾ ਵੀ ਕੋਈ ਨੁਕਤਾ ਪਤਾ ਨਹੀਂ ਕਦੋਂ ਇਹ ਸਰੀਰ ਛੱਡ ਦੇਣਾ, ਜਿਹੜਾ ਵੀ ਨੁਕਤਾ ਹੈ ਸਾਂਝਾ ਕਰ ਦਿਓ। ਜਿਹੜੀ ਵੀ ਰੱਬ ਨੇ ਬਰਕਤ ਬਖਸ਼ੀ ਹੈ ਉਹ ਦੂਜਿਆਂ ਵਿੱਚ ਵੰਡ ਦਿਓ। ਜਿਹੜਾ ਵੀ ਕੰਮ ਸਾਨੂੰ ਆਉਂਦਾ ਹੈ ਉਹਨੂੰ ਵੰਡ ਦਿਓ। ਸਪੋਜ਼ ਕਿਸੇ ਨੂੰ ਬਹੁਤ ਜ਼ਿਆਦਾ ਰਾਗ ਵਿਦਿਆ ਹੁੰਦੀ ਹੈ, ਬਹੁਤ ਵੱਡਾ ਰਾਗੀ ਹੈ,
ਉਸ ਨੂੰ ਚਾਹੀਦਾ ਇਸ ਰਾਗ ਵਿਦਿਆ ਨੂੰ ਆਪਣੇ ਬੱਚਿਆਂ ਸਟੂਡੈਂਟ ਨੂੰ ਸਿਖਾ ਦੇਣਾ ਚਾਹੀਦਾ। ਇੰਟਰਨੈਟ ਦਾ ਯੁੱਗ ਹੈ, ਨਹੀਂ ਬੱਚੇ ਇਕੱਠੇ ਹੁੰਦੇ ਲੋਕਡਾਊਨ 'ਚ ਤੇ ਲਾਈਵ ਰਿਕਾਰਡਿੰਗ YouTube Facebook ਬੜਾ ਕੁਛ ਹੈ, ਉਹਦੇ ਵਿੱਚ ਅਸੀਂ ਸ਼ੇਅਰ ਕਰ ਸਕਦੇ ਹਾਂ। ਕੋਈ ਨਾ ਕੋਈ ਤੇ ਲਾਭ ਲਏਗਾ, ਅੱਜ ਨਹੀਂ ਤੇ ਕੱਲ। ਐਡਾ ਵੱਡਾ ਖਜ਼ਾਨਾ ਹੈ, ਇਸ ਕਰਕੇ ਇਹ ਨਾਮ ਦਾ ਖਜ਼ਾਨਾ ਹਮੇਸ਼ਾ ਸ਼ੇਅਰ ਹੋਣਾ ਚਾਹੀਦਾ ਹੈ। ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਨੇ ਸਾਨੂੰ ਵੰਡ ਕੇ ਛਕਣ ਦਾ ਹੁਕਮ ਕੀਤਾ ਹੈ। ਗੁਰੂ ਨਾਨਕ ਮਹਾਰਾਜ ਜੀ ਦੇ ਕੋਲ 20 ਸੀ, 20 ਦੇ ਵਿੱਚ ਉਹਨਾਂ ਨੇ ਇੱਕ ਵੀ ਨਹੀਂ ਰੱਖਿਆ, 19 ਨਹੀਂ ਖਰਚੇ। ਇਹ ਨਹੀਂ ਕਿਹਾ ਵੀ 10 ਰੱਖ ਲਈਏ, 10 ਕੱਲ ਲਈ ਵਿਚਾਰ ਲਈਏ, ਕੱਲ ਵੰਡ ਦਿਆਂਗੇ। ਉਹ ਤੇ ਮਹਾਰਾਜ ਜੀ ਕਹਿੰਦੇ ਨੇ ਵੀ ਹਮ ਆਦਮੀ ਹਾਂ ਇੱਕਦਮ ਹੀ। ਗੁਰੂ ਨਾਨਕ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਅਸੀਂ ਕੱਲ ਦੇ ਕਿਉਂ ਜਾਈਏ। ਜੇ ਚੰਗੇ ਕੰਮ ਦੀ ਅੰਦਰ ਵਿਚਾਰ ਆਈ ਹੈ ਅੱਜ ਹੀ ਕਰਦੇ, ਜੇ ਪੁੰਨ ਦਾਨ ਦੀ ਵਿਚਾਰ ਆਈ ਹੈ ਅੱਜ ਕਰ। ਇਹ ਨਹੀਂ ਕਹੇ ਵੀ ਸਾਲ ਨੂੰ, ਜੇ ਅੱਜ ਮਨ ਵਿੱਚ ਆਈ ਹੈ ਨਾ ਵੀ ਇਹ ਮੈਂ ਚੰਗਾ ਕਰਮ ਕਰਨਾ ਤੇ ਅੱਜ ਹੀ ਉਹਦਾ ਪਲਾਨ ਬਣਾ ਲਾ। ਕੱਲ ਨਹੀਂ, ਅਗਲਾ ਸਾਲ ਨਹੀਂ, ਅਗਲਾ ਸਾਲ ਸਾਰੇ ਨਹੀਂ ਦੇਖਦੇ, ਅਗਲਾ ਦਿਨ ਸਾਰੇ ਨਹੀਂ ਦੇਖਦੇ। ਇਸ ਕਰਕੇ ਜੇ ਕੋਈ ਚੰਗੀ ਸੋਚ ਪੈਦਾ ਹੋਈ ਹੈ, ਚੰਗੇ ਕਰਮ ਦੇ ਬਾਰੇ ਅੰਦਰ ਕੋਈ ਚੀਜ਼ ਪੈਦਾ ਹੋਈ ਹੈ ਤੇ ਉਸ ਕਰਮ ਨੂੰ ਛੇਤੀ 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 ਕਰ ਲੈ। ਕਿਉਂਕਿ ਮਹਾਰਾਜ ਜੀ ਕਹਿੰਦੇ ਚੰਗਾ ਕੰਮ ਛੇਤੀ ਕਰਨਾ ਚਾਹੀਦਾ, ਬੁਰੇ ਨੂੰ ਨਹੀਂ ਕਰਨਾ ਹੀ ਨਹੀਂ ਚਾਹੀਦਾ, ਦੇਰੀ ਹੋਣੀ ਚਾਹੀਦੀ ਹੈ, ਰੁਕ ਜਾਣਾ ਚਾਹੀਦਾ, ਮਨ ਬਦਲ ਜਾਂਦਾ। ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਤੈਨੂੰ ਸੰਗਤ ਰਾਹੀਂ ਉਹ ਧਨ ਮਿਲੇਗਾ, ਤੂੰ ਆਪਣੇ ਬੱਚਿਆਂ ਨੂੰ ਵੰਡੀ, ਤੇਰੇ ਬੱਚੇ ਅਗਲੇ ਆਪਣੇ ਬੱਚਿਆਂ ਨੂੰ ਵੰਡਣਗੇ, ਆਪਣੇ ਮਿੱਤਰਾਂ ਨੂੰ ਵੰਡਣਗੇ। ਸੱਚ, ਜਦੋਂ ਸੱਚ ਦੀ ਸਾਂਝ ਕਰੀਏ ਤੇ ਸੱਚ ਦੇ ਗਿਆਨ ਵਿੱਚ ਵਾਧਾ ਹੋਏਗਾ ਔਰ ਤੂੰ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨ ਵਾਲਾ ਬੰਦਾ ਬਣ ਸਕਦਾ। ਤੂੰ, ਮੈਂ ਚੰਗੇ ਸਮਾਜ ਦੀ ਆਸ ਕਰਦਾ, ਮੈਂ ਚੰਗੇ ਮਾਹੌਲ ਵਿੱਚ, ਚੰਗੇ ਸਮਾਜ ਜਾਂ ਚੰਗੇ ਸਿਸਟਮ ਦੇ ਵਿੱਚ ਰਹਾਂ। ਹਰ ਕੋਈ ਚਾਹੁੰਦਾ ਨਾ ਮੈਨੂੰ ਚੰਗਾ ਸਿਸਟਮ ਮਿਲੇ, ਜਿਵੇਂ ਫੋਰਨ ਕੰਟਰੀਜ਼ ਦੇ ਵਿੱਚ, ਬਾਹਰਲੇ ਮੁਲਕਾਂ ਦੇ ਵਿੱਚ ਇੱਕ ਸਿਸਟਮ ਕਰਕੇ ਲੋਕ ਉੱਥੇ ਰਹਿੰਦੇ ਨੇ, ਨਹੀਂ ਤੇ ਹੋਰ ਉਹ ਇੱਥੇ ਭੱਜ ਕੇ ਆ ਜਾਣ ਜੇ ਬਾਹਰਲਾ ਸਿਸਟਮ ਕਿਤੇ ਇੰਡੀਆ ਵਿੱਚ ਆ ਜਾਏ। ਜੋ ਇੰਡੀਆ ਦੇ ਵਿੱਚ ਖੂਬਸੂਰਤੀ, ਜਿੰਨਾ ਇੱਥੇ ਆਨੰਦ ਹੈ ਹੋਰ ਕਿਧਰੇ ਵੀ ਨਹੀਂ, ਪਰ ਇੱਥੇ ਸਿਸਟਮ ਜ਼ੀਰੋ ਹੈ। ਜੇਕਰ ਸਿਸਟਮ ਇੱਥੇ ਦਾ ਵਧੀਆ ਹੋ ਜਾਏ ਫਿਰ ਕੋਈ ਵੀ ਬਾਹਰ ਕਿਸੇ ਵੀ ਮੁਲਕ ਭੱਜੇ ਨਾ। ਇਸ ਕਰਕੇ ਮੈਂ ਚਾਹੁੰਦਾ ਮੈਨੂੰ ਚੰਗਾ ਸਮਾਜ ਮਿਲੇ, ਮੈਨੂੰ ਚੰਗਾ ਸਿਸਟਮ ਮਿਲੇ। ਇਹ ਚੰਗਾ ਸਮਾਜ ਤੇ ਸਿਸਟਮ ਕੌਣ ਪੈਦਾ ਕਰਦਾ? ਕੌਣ ਪੈਦਾ ਕਰਦਾ? ਇਹ ਕੋਈ ਕਿਸੇ ਦੂਸਰੇ ਗ੍ਰਹਿ ਤੋਂ ਆ ਕੇ ਕੋਈ ਵੱਖਰੇ ਲੋਕ ਪੈਦਾ ਨਹੀਂ ਕਰਦੇ ਸਿਸਟਮ ਨੂੰ। ਇਸ ਸਿਸਟਮ ਨੂੰ ਅਸੀਂ ਲੋਕਾਂ ਨੇ ਆਪਣੇ ਹੀ ਘਰ ਤੋਂ ਸ਼ੁਰੂ ਕਰਨਾ। ਹਰ ਬੰਦਾ ਸਿਸਟਮ ਦਾ ਹਿੱਸਾ ਹੈ, ਅਸੀਂ ਤੁਸੀਂ ਸਾਰੇ ਸਿਸਟਮ ਦਾ ਹਿੱਸਾ। ਜੇ ਅਸੀਂ ਉਸ ਸਿਸਟਮ ਨੂੰ ਵਧੀਆ ਰੱਖਾਂਗੇ, ਪ੍ਰਕਿਰਤੀ ਦੀ ਸੰਭਾਲ ਕਰਾਂਗੇ, ਹਵਾ ਦੀ ਸੰਭਾਲ ਕਰਾਂਗੇ, ਪ੍ਰਦੂਸ਼ਣ ਨਾ ਫੈਲਾਵਾਂਗੇ, ਅਸੀਂ ਵੀ ਯੋਗਦਾਨ ਪਾ ਦਿੱਤਾ ਸਿਸਟਮ ਵਿੱਚ। ਇਹ ਸਿਸਟਮ ਨੂੰ ਵਧੀਆ ਬਣਾਉਣਾ ਹੀ ਹੈ। ਅਸੀਂ ਖੁਦ ਇਮਾਨਦਾਰ ਹੋ ਜਾਵਾਂਗੇ, ਰਿਸ਼ਵਤ ਨਾ ਲਵਾਂਗੇ। ਦੂਸਰਾ ਰਿਸ਼ਵਤ ਲੈਂਦਾ ਹੈ ਉਹਦੀ ਗੱਲ ਕਰਦਾ ਹੈ ਜਿਹੜਾ ਖੁਦ ਆਪ ਰਿਸ਼ਵਤੀ ਹੈ। ਰਿਸ਼ਵਤ ਕੇਵਲ ਪੈਸੇ ਦੀ ਲੈ ਕੇ ਉਹਨੂੰ ਰਿਸ਼ਵਤੀ ਨਹੀਂ ਕਹਿੰਦੇ, ਹੋਰ ਵੀ ਬੜੇ ਕੰਮ ਨੇ। ਕਿਸੇ ਨੂੰ ਐਵੇਂ ਹੀ ਫੂਕ ਦੇਈ ਜਾਣੀ, ਉਹ ਵੀ ਇੱਕ ਰਿਸ਼ਵਤ ਹੀ ਹੁੰਦੀ ਹੈ। ਕਿਸੇ ਨੂੰ ਐਵੇਂ ਚੱਕੀ ਜਾਣਾ, ਪੰਜਾਬੀ ਵਿੱਚ ਕਹਿੰਦੇ ਨੇ, ਇਹ ਵੀ ਤੇ ਰਿਸ਼ਵਤ ਹੀ ਹੈ। ਚੁੱਕ ਵਿੱਚ ਆ ਜਾਣਾ, ਚੁੱਕ ਵਿੱਚ ਆ ਕੇ ਕੰਮ ਖਰਾਬ ਕਰ ਦੇਣਾ ਕਿਸੇ ਦਾ, ਵੀ ਰਿਸ਼ਵਤ ਲੈ ਕਿਸੇ ਦਾ ਕੰਮ ਖਰਾਬ ਕਰਨਾ। ਜਾਂ ਚੁੱਕ ਵਿੱਚ ਆ ਕੇ ਕਿਸੇ ਦਾ ਕੰਮ ਕਰਨਾ, ਉਹਦਾ ਕਰਨਾ ਹੀ ਨਹੀਂ, ਇਹ ਵੀ ਤੇ ਰਿਸ਼ਵਤ ਹੀ ਹੈ। ਮਤਲਬ ਪ੍ਰਭੁਤਾ ਦੀ ਭੁੱਖ ਰੱਖਣੀ, ਵਡਿਆਈ ਦੀ ਭੁੱਖ ਰੱਖਣੀ। ਜੇ ਕੋਈ ਮੈਨੂੰ ਪ੍ਰਭੁਤਾ ਵਡਿਆਈ ਦੇਵੇਗਾ ਤਾਂ ਮੈਂ ਇਹਦੀ ਸਪੋਰਟ ਕਰਾਂਗਾ, ਹੈਲਪ ਕਰਾਂਗਾ, ਇਹ ਵੀ ਇੱਕ ਰਿਸ਼ਵਤ ਹੀ ਹੈ। ਇੱਦਾਂ ਦੀਆਂ ਚੀਜ਼ਾਂ ਨੂੰ ਜਿਹੜਾ ਮਾਰੇਗਾ ਉਹ ਇੱਕ ਵਧੀਆ ਸਿਸਟਮ ਨੂੰ ਤਿਆਰ ਕਰ ਸਕਦਾ। ਉਸ ਸਿਸਟਮ ਦੇ ਵਿੱਚ ਸਾਡੇ ਬੱਚੇ, ਆਉਣ ਵਾਲੀ ਜਨਰੇਸ਼ਨ ਵਧੀਆ ਰਹਿਣਗੇ। ਜੇ ਸਾਡੀਆਂ ਸੋਚਾਂ ਚੰਗੀਆਂ ਨਾ ਬਣੀਆਂ, ਸਾਡੇ ਵਿਚਾਰ ਅੱਛੇ ਨਾ ਬਣੇ, ਸਮਾਜ ਨੇ ਚੰਗਾ ਨਹੀਂ ਬਣਨਾ। ਸਮਾਜ ਨੂੰ ਚੰਗਾ ਬਣਾਉਣਾ, ਮਨੁੱਖ ਨੂੰ ਆਪਣੀਆਂ ਆਦਤਾਂ ਨੂੰ ਬਦਲਣਾ ਪਏਗਾ, ਆਪਣੇ ਆਪ ਨੂੰ ਚੰਗਾ ਬਣਾਉਣਾ ਪਏਗਾ।
ਆਪਣੇ ਆਪ ਨੂੰ ਪੰਕਚੁਅਲ ਬਣਾਉਣਾ ਪਏਗਾ, ਆਪਣੇ ਆਪ ਨੂੰ ਸਮੇਂ ਦੇ ਨਾਲ, ਸਮੇਂ ਦਾ ਹਾਣੀ ਸਮੇਂ ਦੇ ਨਾਲ ਤੁਰਨਾ ਪਏਗਾ। ਇਸ ਲਈ ਗੁਰੂ ਮਹਾਰਾਜ ਜੀ ਕਹਿੰਦੇ ਬਹੁਤ ਪਿਆਰਾ ਧਨ ਤੈਨੂੰ ਸੰਗਤ ਵਿੱਚੋਂ ਮਿਲਦਾ ਹੈ, ਇਹ ਧਨ ਨੂੰ ਜਿੱਥੇ ਮਰਜ਼ੀ ਵੰਡੀ ਜਾਈ, ਜਿਸ ਨਾਲ ਮਰਜ਼ੀ ਸ਼ੇਅਰ ਕਰੀ ਜਾਈ, ਇਹ ਧਨ ਘਟੇਗਾ ਨਹੀਂ। ਔਰ ਤੈਨੂੰ ਇੱਕ ਕੁਦਰਤੀ ਐਸੀ ਫੀਲਿੰਗ ਆਏਗੀ, ਤੂੰ ਇੱਦਾਂ ਸਮਝੇਗਾ ਮੈਂ ਸੁਰਖਰੂ, ਮਨ ਤੇ ਕੋਈ ਬੋਝ ਨਹੀਂ ਹੋਏਗਾ, ਦਿਲ ਦਿਮਾਗ ਆਤਮਾ ਤੇ ਕੋਈ ਬੋਝ ਨਹੀਂ ਹੋਏਗਾ, ਮੈਂ ਸੰਸਾਰ ਦੇ ਉੱਪਰੋਂ ਬੋਝ ਲੈ ਕੇ ਚੱਲਾਂ। ਜਦੋਂ ਕੋਈ ਕਿਸੇ ਲਈ ਕੁਝ ਕਰਕੇ ਜਾਂਦਾ ਉਹ ਹਮੇਸ਼ਾ ਹੀ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਦਾ, ਮੈਂ ਕੁਝ ਕਰਕੇ ਚੱਲਾਂ। ਕਿਸੇ ਦਾ ਭਲਾ ਕਰਕੇ ਆਵੋ, ਸਾਨੂੰ ਇੱਕ ਤਸੱਲੀ ਜਿਹੀ ਮਿਲਦੀ ਹੈ। ਕਿਸੇ ਦਾ ਭਲਾ ਕਰਕੇ ਆਵੋ, ਸਾਨੂੰ ਬਹੁਤ ਹੀ ਖੁਸ਼ੀ ਮਿਲਦੀ ਹੈ। ਕੋਈ ਇਸ ਤਰ੍ਹਾਂ ਕਰਕੇ ਵੇਖੇ, ਕਿਸੇ ਨੂੰ ਕੋਈ ਚੀਜ਼ ਖਵਾ ਕੇ ਆਵੇ, ਕਿਸੇ ਗਰੀਬ ਨੂੰ ਕੋਈ ਕੱਪੜੇ ਪਵਾ ਕੇ ਆਵੇ, ਤੇ ਜੇ ਕੋਈ ਕਿਸੇ ਦਾ ਦਿਲ ਦੁਖਾ ਕੇ ਆਵੇ, ਝਗੜਾ ਕਰਕੇ ਆਵੇ ਘਰ, ਉਹਦੀ ਵੀ ਹਾਲਤ ਦੇਖ ਲੈਣਾ। ਜਿਹੜਾ ਕਿਸੇ ਦਾ ਭਲਾ ਕਰਕੇ ਆਵੇ ਉਹਦੀ ਵੀ ਹਾਲਤ ਦੇਖ ਲੈਣਾ। ਜਿਹੜਾ ਕੋਈ ਬਾਹਰੋਂ ਲੜਕੇ ਆਉਂਦਾ ਨਾ, ਘਰ ਵਿੱਚ ਆ ਕੇ ਵਕਤ ਪਾ ਦਿੰਦਾ, ਘਰਦਿਆਂ ਨੂੰ ਵੀ ਪਤਾ ਨਹੀਂ ਲੱਗਦਾ ਵੀ ਇਹਨੂੰ ਹੋ ਕੀ ਗਿਆ, ਉਹਨਾਂ ਨੂੰ ਨਹੀਂ ਪਤਾ ਲੱਗਦਾ, ਉਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਵੀ ਬਾਹਰ ਕਿਸੇ ਨਾਲ ਲੜ ਕੇ ਆਇਆ, ਜਿਹੜਾ ਇਸ ਦਾ ਮੂਡ ਇੰਨਾ ਖਰਾਬ ਹੈ। ਇਹਦਾ ਮਤਲਬ ਜੇ ਕਿਸੇ ਨੇ ਬਾਹਰ ਚੰਗਿਆਈ ਸਾਂਝ ਕੀਤੀ ਚੰਗਿਆਈ ਦੀ, ਚੰਗਿਆਈ ਜਿਹੜੀ ਆ ਸ਼ੇਅਰ ਕੀਤੀ, ਚੰਗੇ ਗੁਣ ਕਿਸੇ ਨਾਲ ਸ਼ੇਅਰ ਕੀਤੇ, ਤੇ ਉਹ ਚੰਗਾ ਬਣ ਕੇ ਆਪਣੇ ਘਰ ਪਰਤਿਆ ਤੇ ਆਪਣੇ ਘਰ ਵੀ ਸ਼ਾਂਤੀ ਰੱਖੇਗਾ। ਜੇ ਕਿਸੇ ਨੇ ਬੁਰਾਈ ਕਮਾਈ, ਬਾਹਰ ਵੀ ਬੁਰਾਈ ਕੀਤੀ ਔਰ ਬਾਹਰ ਵੀ ਫਿਰ ਲੜਿਆ ਝਗੜਿਆ, ਤੇ ਘਰ ਦੇ ਵਿੱਚ ਆ ਕੇ ਵੀ ਉਹ ਸ਼ਾਂਤ ਨਹੀਂ ਹੋਵੇਗਾ। ਇਸ ਕਰਕੇ ਬੜੀਆਂ ਪਿਆਰੀਆਂ ਪੰਕਤੀਆਂ ਮਹਾਰਾਜ ਜੀ ਦੀਆਂ ਸ਼ਬਦ ਦੀਆਂ ਨੇ, ਸਰਵਣ ਕਰੀਏ। ਸਾਧ ਸੰਗ ਧਰਮ ਰਾਏ ਕਰੇ ਸੇਵਾ। ਇੱਥੇ ਧਰਮ ਰਾਏ ਦਾ ਸ਼ਬਦ ਧਰਮਰਾਜ ਨੂੰ ਵੀ ਕਿਹਾ ਜਾ ਸਕਦਾ ਹੈ, ਤੇ ਧਰਮਰਾਜ ਦਾ ਮਤਲਬ ਅਸੀਂ ਧਰਮੀ ਬੰਦਿਆਂ ਨੂੰ ਵੀ ਕਹਿ ਸਕਦੇ ਹਾਂ, ਜਾਂ ਸਾਡਾ ਧਰਮ ਪਿਤਾ ਸਾਡਾ ਸਤਿਗੁਰੂ ਵੀ ਹੈ, ਜਾਂ ਜਿਹੜਾ ਵੀ ਦੁਨੀਆ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਇਨਸਾਫ ਪਸੰਦ ਹੈ ਉਹ ਧਰਮਰਾਜ ਹੀ ਹੈ। ਇੱਕ ਜੱਜ ਬੰਦਾ ਇੱਕ ਨੂੰ ਫਾਂਸੀ ਦੇ ਦਿੰਦਾ, ਇੱਕ ਨੂੰ ਬਾਇਜ਼ਤ ਬਰੀ ਕਰ ਦਿੰਦਾ, ਉਹ ਧਰਮਰਾਜ ਵਾਂਗੂ ਹੀ ਹੈ। ਜੇ ਉਹ ਬਿਲਕੁਲ ਇਮਾਨਦਾਰੀ ਦੇ ਨਾਲ, ਨਿਆਂ ਦੇ ਨਾਲ, ਚਾਹੇ ਕੋਈ ਜੱਜ ਹੈ ਚਾਹੇ ਕੋਈ ਕਿਸੇ ਵੀ ਫੀਲਡ ਵਿੱਚ ਹੈ, ਉਹ ਆਪਣੇ ਕੰਮ ਦੇ ਵਿੱਚ ਸਮਝਦਾਰੀ, ਇਮਾਨਦਾਰੀ, ਨਿਆਂ ਕਰਦਾ ਹੈ, ਝੂਠ ਨਹੀਂ ਬੋਲਦਾ, ਹੇਰਾਫੇਰੀ ਨਹੀਂ ਕਰਦਾ, ਫਰੇਬ ਨਹੀਂ ਕਰਦਾ, ਧੋਖਾ ਨਹੀਂ ਕਰਦਾ, ਉਹ ਇੱਕ ਧਰਮ ਤੇ ਰਾਜ ਕਰਨ ਵਾਲਾ ਹੈ, ਉਹ ਇੱਕ ਧਰਮ ਰਾਜ ਹੈ। ਜਿਵੇਂ ਪਹਿਲਾਂ ਬੇਨਤੀ ਕੀਤੀ, ਸਮਾਜ ਦੀ ਸਿਰਜਣਾ ਧਰਮ ਰਾਜ ਦੁਆਰਾ ਹੋਏਗੀ। ਧਰਮ ਰਾਜ ਕੋਈ ਇੱਕ ਬੰਦਾ ਨਹੀਂ ਹੈ, ਅਸੀਂ ਇੱਕ ਪੋਸਟ ਕਹਿ ਸਕਦੇ ਹਾਂ। ਜਿਵੇਂ ਇੱਕ DSP ਦੀ, ਇੰਸਪੈਕਟਰ ਦੀ ਪੋਸਟ ਹੁੰਦੀ ਹੈ, ਉਹਦੇ ਤੇ ਕਿੰਨੇ ਬੰਦੇ ਭਰਤੀ ਹੋ ਸਕਦੇ ਨੇ? ਹਜ਼ਾਰਾਂ ਹੀ DSP, ਲੱਖਾਂ ਹੀ ਹੋਣਗੇ, ਲੱਖਾਂ ਹੀ ਇੰਸਪੈਕਟਰ ਹੋਣਗੇ। ਇਸ ਕਰਕੇ ਧਰਮ ਦੀ ਦੁਨੀਆ ਦੇ ਵਿੱਚ ਧਰਮ ਰਾਜ ਜਿਹੜਾ, ਜੇ ਇਨਸਾਨ ਰੱਬੀ ਗੁਣਾਂ ਦਾ ਮਾਲਕ ਹੈ ਤੇ ਉਹ ਧਰਮ ਰਾਜ ਹੈ। ਉਹ ਆਪਣਾ ਫੈਸਲਾ ਖੁਦ ਵੀ ਕਰ ਸਕਦਾ, ਅੰਦਰੋਂ ਹੀ ਫੈਸਲੇ ਹੁੰਦੇ ਨੇ। ਧਰਮ ਦੀ ਪਾਠਸ਼ਾਲਾ ਜਿਹੜੀ ਅੰਦਰ ਹੀ ਹੈ, ਅੰਦਰੋਂ ਹੀ ਫੈਸਲੇ ਹੁੰਦੇ, ਅੰਦਰੋਂ ਹੀ ਇਸ ਨੂੰ ਦੱਸ ਦਿੱਤਾ ਜਾਂਦਾ ਤੂੰ ਗਲਤ ਹੈ, ਤੈਨੂੰ ਸਜ਼ਾ ਮਿਲੇਗੀ। ਕਿੱਥੇ ਬੈਠਾ ਧਰਮਰਾਜ? ਅੰਦਰ ਹੀ ਹੈ। ਤੈਨੂੰ ਇਸ ਚੀਜ਼ ਦਾ ਚੰਗਾ ਫਲ ਮਿਲੇਗਾ। ਕਿਹਨੇ ਦੱਸਿਆ? ਅੰਦਰੋਂ ਹੀ ਜਿਸ ਦੇ ਧਰਮ ਪੈਦਾ ਹੋ ਗਿਆ ਉਸਨੇ ਦੱਸ ਦਿੱਤਾ। ਜਿਸ ਨੇ ਧਰਮ ਦੀ ਦੁਨੀਆ ਦੇ ਵਿੱਚ ਸੱਚ ਕਮਾਇਆ, ਧਰਮ ਕਮਾਇਆ, ਉਸਨੇ ਮਤਲਬ ਉਹ ਧਰਮ ਰਾਜ ਹੈ, ਧਰਮ ਤੇ ਰਾਜ ਕੀਤਾ ਉਸ। ਜਿੰਨੇ ਵੀ ਸਾਡੇ ਗੁਰੂ ਦੇ ਸਿੱਖ ਹੋਏ ਨੇ, ਸ਼ਹੀਦ ਹੋਏ ਨੇ, ਅਸੀਂ ਇਹਨਾਂ ਨੂੰ ਕਿਉਂ ਨਹੀਂ ਧਰਮ ਰਾਜੇ ਕਹਿ ਸਕਦੇ? ਇਹ ਧਰਮ ਹੀ ਨੇ। ਉਹਨਾਂ ਦੇ ਧਰਮ ਦੇ ਰਾਜ ਕਰਕੇ ਹੀ ਉਹਨਾਂ ਨੇ ਧਰਮ ਤੇ ਰਾਜ ਕੀਤਾ। ਧਰਮ, ਇਸ ਕਰਕੇ ਅਸੀਂ ਉਸ ਧਰਮ ਦੇ ਵਿੱਚ ਅੱਜ ਖੁਸ਼ ਰਹਿ ਰਹੇ ਹਾਂ, ਅੱਜ ਆਜ਼ਾਦ ਰਹਿ ਰਹੇ ਹਾਂ। ਅੱਜ ਅਸੀਂ ਆਪਣੀ ਪਹਿਚਾਣ ਦੇ ਨਾਲ ਸੰਸਾਰ ਵਿੱਚ ਰਹਿ ਰਹੇ ਹਾਂ। ਇਹ ਧਰਮ ਦਾ ਰਾਜ ਕਿਸ ਨੇ ਦਿੱਤਾ? ਸਾਡੇ ਗੁਰੂਆਂ ਨੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜੋ ਸੰਗਤ ਕਰਦਾ ਹੈ, ਸੱਤ ਦੇ ਨਾਲ ਜੁੜਦਾ ਹੈ,
ਐਦਾਂ ਦੇ ਦੁਨੀਆ ਦੇ ਵਿੱਚ ਜਿਹੜੇ ਨੇਕ ਬੰਦੇ ਨੇ ਉਹ ਵੀ ਉਹਨਾਂ ਦੇ ਅੱਗੇ ਹੱਥ ਜੋੜ ਕੇ ਉਹਨਾਂ ਦੀ ਸੇਵਾ ਕਰਨਗੇ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਉਹਨਾਂ ਦਾ ਹਰ ਕੋਈ ਸਤਿਕਾਰ ਕਰੇਗਾ। ਹਰ ਕੋਈ ਚੰਗਾ ਬੰਦਾ, ਧਰਮੀ ਬੰਦਾ ਉਹਨਾਂ ਦੀ ਸ਼ੋਭਾ ਕਰੇਗਾ। ਸਾਧ ਕੇ ਸੰਗ ਸ਼ੋਭਾ ਸੁਰ ਦੇਵਾ। ਔਰ ਦੇਵਤੇ ਵੀ, ਅਸੀਂ ਆਕਾਸ਼ ਦੇ ਦੇਵਤਿਆਂ ਦੀ ਗੱਲ ਨਹੀਂ ਕਰਦੇ, ਜਦੋਂ ਇਨਸਾਨ ਦੀ ਅਵਸਥਾ ਬਣ ਜਾਂਦੀ ਹੈ ਉਸ ਨੂੰ ਕਿਹਾ ਜਾਂਦਾ ਵੀ ਇਹ ਦੇਵਤਿਆਂ ਵਰਗਾ, ਇਹ ਭਗਤ ਹੈ, ਇਹ ਸੂਰਮਾ ਹੈ, ਇਹ ਯੋਧਾ ਹੈ। ਕਦੋਂ ਕਿਹਾ ਜਾਂਦਾ ਹੈ? ਉਹਦੇ ਗੁਣਾਂ ਨੂੰ ਦੇਖ ਕੇ। ਸੋ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਵੀ ਉਹਨਾਂ ਦੀ ਸ਼ੋਭਾ ਜਿਹੜੀ ਹੈ ਉਹ ਸਾਰੇ ਹੀ ਲੋਕ, ਚੰਗੇ ਲੋਕ, ਦੇਵਤੇ ਲੋਕ, ਉਹ ਦੇਵਤਾ ਰੂਪ ਵੀ ਹੋ ਜਾਂਦੇ ਨੇ ਤੇ ਦੇਵਤੇ ਲੋਕ, ਦੇਵਤਾ ਇੱਕ ਬਹੁਤ ਹੀ ਚੰਗੇ ਗੁਣਾਂ ਵਾਲੇ ਨੂੰ ਕਿਹਾ ਜਾਂਦਾ, ਬਹੁਤ ਹੀ ਜਿਹਦੇ ਵਿੱਚ ਚੰਗੇ ਗੁਣ ਹੋਣ, ਜਾਂ ਰੱਬੀ ਗੁਣ ਵੀ ਕਹਿ ਸਕਦੇ, ਉਸ ਨੂੰ ਦੇਵਤਾ ਕਿਹਾ ਜਾਂਦਾ। ਤੇ ਦੈਂਤ ਕਿਸ ਨੂੰ ਕਿਹਾ ਜਾਂਦਾ ਹੈ? ਕਿਸੇ ਦੇ ਸਿਰ ਤੇ ਸਿੰਘ ਥੋੜਾ ਉਗਾਉਣੇ ਨੇ, ਕਿਸੇ ਦੇ ਮੂੰਹ ਦੇ ਉੱਪਰ ਕਾਲਕ ਥੋੜਾ ਮਲਣੀ ਹੈ ਵੀ ਇਹਦਾ ਦੇਖਣ ਨੂੰ ਮੂੰਹ ਨਾ ਕਰੇ। ਦੈਂਤ, ਦੂਤ, ਜਮਦੂਤ। ਜਦੋਂ ਇੱਕ ਇਨਸਾਨ ਦੂਜੇ ਇਨਸਾਨ ਨੂੰ ਵੱਢਦਾ ਉਹ ਕੀ ਹੈ? ਉਹ ਜਮਦੂਤ ਹੈ, ਉਹੀ ਦੂਤ ਹੈ। ਤੇ ਜਿਹੜਾ ਇਨਸਾਨ ਦੂਸਰੇ ਇਨਸਾਨ ਨੂੰ ਚੰਗਾ ਲੱਗਦਾ, ਗੱਲ ਵੱਖਰੀ ਪਾਉਣ ਨੂੰ ਚਿੱਤ ਕਰਦਾ, ਭਲੀਆਂ ਵਿਚਾਰਾਂ ਕਰਦਾ, ਭਲੇ ਕੰਮ ਕਰਦਾ, ਉਹ ਦੇਵਤਾ ਰੂਪ ਹੈ, ਉਹ ਦੇਵਤੇ ਹੈ। ਜਿਨ ਮਾਨਸ ਤੇ ਦੇਵਤੇ ਕੀ ਹੈ? ਕਰਤਨ ਲਾਗੀ ਵਾਰ ਮਤਲਬ ਸਾਧ ਕੇ ਸੰਗ ਸ਼ੋਭਾ ਸੁਰਦੇਵਾ। ਸ਼ੋਭਾ ਮਿਲਦੀ ਹੈ ਦੇਵਤਿਆਂ ਰਾਹੀਂ। ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਗੁਰਮੁਖਾਂ ਦੀ ਸੰਗਤ ਕਰਨ ਦੇ ਨਾਲ ਭਾਈ ਪਾਪ ਦੂਰ ਹੋ ਜਾਂਦੇ ਨੇ, ਪਾਪ ਵਿਘਨ ਰੁਕਾਵਟਾਂ ਕੱਟੀਆਂ ਜਾਂਦੀਆਂ ਹਨ। ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ, ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਸਾਧੂ ਕੈ ਸੰਗ ਪਾਪ ਪਲਾਇਨ। ਸਾਧੂ ਮਤਲਬ ਜੋ ਰੱਬ ਦੇ ਉੱਪਰ ਵਿਸ਼ਵਾਸ ਰੱਖਦਾ ਹੈ, ਜੋ ਰੱਬੀ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਦੁਨੀਆ ਦਾ ਕੋਈ ਵੀ ਬੰਦਾ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ, ਉਹ ਸਾਧੂ ਹੈ। ਇੱਦਾਂ ਦੇ ਸਾਧੂ ਦੀ ਸੰਗਤ ਕਰਨ ਦੇ ਨਾਲ ਜਿਹੜੀ ਪਾਪਣ ਸੋਚ ਹੁੰਦੀ ਹੈ, ਪਾਪੀ ਵਿਚਾਰ, ਪਾਪ ਜਦੋਂ ਕਰਦਾ ਬੰਦਾ ਵੇ ਪਾਪੀ ਵਿਚਾਰਾਂ ਦਾ ਧਾਰਨੀ ਬਣਦਾ। ਉਹ ਜਿਹੜੇ ਪਾਪ ਜਾਂ ਪਾਪੀ ਵਿਚਾਰਾਂ ਨੂੰ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਖਾਤਮਾ ਹੁੰਦਾ, ਉਹਨਾਂ ਨੂੰ ਭਜਾਇਆ ਜਾਂਦਾ, ਖਤਮ ਕੀਤਾ ਜਾਂਦਾ। ਸਾਧੂ ਕੇ ਸੰਗ ਪਾਪ ਪਲਾਇਨ, ਉਹਦੇ ਪਾਪ ਦੂਰ ਹੋ ਜਾਂਦੇ ਨੇ, ਕਰਮ ਕੱਟੇ ਜਾਂਦੇ ਨੇ। ਸਾਰੇ ਹੀ ਕਰਮ ਕੱਟ ਕੇ ਸਾਡੇ ਦਸ਼ਮੇਸ਼ ਪਿਤਾ ਉਸ ਨੂੰ ਸੁਰਖਰੂ ਕਰ ਦਿੰਦੇ ਨੇ, ਕਰਜ਼ੇ ਤੋਂ ਮੁਕਤ ਕਰ ਦਿੰਦੇ ਨੇ, ਬੋਝ ਲਾ ਦਿੰਦੇ ਨੇ, ਪੁਰਾਣਾ ਜਨਮ ਖਤਮ ਕਰ ਦਿੰਦੇ ਨੇ, ਅੱਗੇ ਤੋਂ ਨਵਾਂ ਜਨਮ ਦੇ ਦਿੰਦੇ ਨੇ। ਸਤਿਗੁਰ ਕੇ ਜਨਮੇ ਗਵਨ ਮਿਟਾਇਆ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸੋ ਜੋ ਸੰਗਤ ਵਿੱਚ ਬਹਿੰਦੇ ਨੇ ਉਹ ਅਮਰ ਕਥਾ, ਅਮਰ ਵਿਚਾਰ ਸਰਵਣ ਕਰਕੇ ਖੁਦ ਵੀ ਅਮਰ ਗੁਣਾਂ ਵਾਲੇ ਹੋ ਜਾਂਦੇ ਨੇ। ਅਮਰ ਕਰਨ ਵਾਲਾ ਕੀ ਹੈ? ਕੀ ਚੀਜ਼ ਹੁੰਦੀ ਅਮਰ ਕਰਨ ਵਾਲੀ? ਉਹ ਗੁਣ ਹੁੰਦੇ ਨੇ। ਅੰਮ੍ਰਿਤ ਗੁਣ ਗਾਇਨ, ਅੰਮ੍ਰਿਤ ਗੁਣ ਜਿਹੜੇ ਨੇ ਅਮਰ ਕਰਨ ਵਾਲੇ ਹੁੰਦੇ ਨੇ। ਉਹ ਮਨੁੱਖ ਸੰਗਤ ਦੇ ਰਾਹੀਂ ਇੰਨੀ ਉਹਨਾਂ ਨੂੰ ਸੋਝੀ ਆ ਜਾਂਦੀ ਹੈ, ਉਹ ਅੰਮ੍ਰਿਤ ਗੁਣ ਗਾਉਂਦੇ ਹਨ ਤੇ ਹਮੇਸ਼ਾ ਅਮਰ ਹੋ ਜਾਂਦੇ ਨੇ ਅੰਦਰੋਂ ਬਾਹਰੋਂ। ਸਾਧ ਕੇ ਸੰਗ ਸਰਬ ਥਾਨ ਗਮ। ਸੰਗਤ ਵਿੱਚ ਰਹਿ ਕੇ ਮਹਾਰਾਜ ਜੀ ਕਹਿੰਦੇ ਮਨੁੱਖ ਦੀ ਜਿਹੜੀ ਪਹੁੰਚ ਹੈ ਨਾ ਉਹ ਬਹੁਤ ਦੂਰ ਤੱਕ ਹੋ ਜਾਂਦੀ ਹੈ, ਬਹੁਤ ਦੂਰ ਤੱਕ। ਕਿੱਥੇ? ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ। ਉਸ ਨੂੰ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ
ਉਸ ਨੂੰ ਸ਼ਾਬਾਸ਼ ਦਿੱਤੀ ਜਾਂਦੀ ਹੈ, ਉਸ ਦੀ ਜੈ ਜੈਕਾਰ ਕੀਤੀ ਜਾਂਦੀ ਹੈ। ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ, ਸਭ ਕੋਈ ਸਾਧਕ ਹੈ ਸੰਗ ਸਰਬ ਥਾਨ ਗਮ। ਉਹਦੀ ਅਵਸਥਾ, ਆਤਮਿਕ ਅਵਸਥਾ ਇੰਨੀ ਉੱਚੀ ਤੇ ਸੁੱਚੀ ਵੱਡੀ ਹੋ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਉਹਦੀ ਪਹੁੰਚ ਜਿਹੜੀ ਹੈ ਬਹੁਤ ਦੂਰ ਤੱਕ ਚਲੀ ਜਾਂਦੀ ਹੈ। ਬਹੁਤ ਦੂਰ ਤੱਕ ਦਾ ਮਤਲਬ ਕੀ ਹੈ? ਕਿਲੋਮੀਟਰਾਂ ਤੇ, ਹਾਂ ਇਹ ਵੀ ਕਹਿ ਸਕਦੇ, ਅਸੀਂ ਯੁੱਗਾਂ ਤੱਕ ਵੀ ਕਹਿ ਸਕਦੇ ਹਾਂ। ਗੁਰੂ ਨਾਨਕ ਮਹਾਰਾਜ ਜੀ ਨੂੰ ਸਾਰਾ ਹੀ ਪਤਾ ਹੈ ਆਉਣ ਵਾਲੇ ਯੁੱਗਾਂ ਦੇ ਵਿੱਚ ਕੀ ਹੋਣਾ, ਆਉਣ ਵਾਲੀਆਂ ਸਦੀਆਂ ਦੇ ਵਿੱਚ 100 ਸਾਲ ਦੇ ਬਾਅਦ, 2 ਸਾਲ ਦੇ ਬਾਅਦ ਕੀ ਵਾਪਰਨਾ। ਉਹਨਾਂ ਨੂੰ ਖੰਡਾਂ ਬ੍ਰਹਿਮੰਡਾਂ ਦਾ ਗਿਆਨ ਹੋ ਜਾਂਦਾ ਹੈ ਵੀ ਇਹਨਾਂ ਦੇ ਵਿੱਚ ਕੀ ਵਾਪਰਨਾ ਹੈ। ਮਤਲਬ ਜਦੋਂ ਕੋਈ ਸੰਗਤ ਕਰਦਾ ਉਹਨੂੰ ਇੰਨਾ ਵੱਡਾ ਗਿਆਨ ਮਿਲ ਜਾਂਦਾ ਹੈ, ਜਿਵੇਂ ਦੀ ਕਿਸੇ ਦੀ ਅਵਸਥਾ ਹੁੰਦੀ ਹੈ ਉੱਦਾਂ ਦੀ ਉਹਨੂੰ ਪਹੁੰਚ ਮਿਲਦੀ ਹੈ, ਉੱਦਾਂ ਦੀ ਉਸ ਨੂੰ ਬੁੱਧੀ ਮਿਲਦੀ ਹੈ, ਦਿਮਾਗ ਮਿਲਦਾ ਹੈ, ਬਖਸ਼ਿਸ਼ ਮਿਲਦੀ ਹੈ। ਇਸ ਕਰਕੇ ਇੱਕ ਟੀਚਰ ਇੱਕੋ ਟਾਈਮ ਇੱਕੋ ਵਰਗਾ ਲੈਕਚਰ ਸਾਰੇ 30-40 ਬੱਚਿਆਂ ਨੂੰ ਸੁਣਾਉਂਦਾ ਹੈ, ਪਰ ਉਸ ਕਲਾਸ ਦੇ ਵਿੱਚ ਕੋਈ 10 ਨੰਬਰ ਲੈ ਜਾਂਦਾ, ਕੋਈ 50 ਲੈ ਜਾਂਦਾ, ਕੋਈ 33 ਲੈ ਜਾਂਦਾ, ਕੋਈ 40, ਕੋਈ 90, ਕੋਈ 80, ਕੋਈ 100 ਵੀ ਲੈ ਜਾਂਦਾ, ਪੂਰੇ 100 ਦੇ 100 ਵੀ ਲੈ ਜਾਂਦਾ। ਇਸ ਕਰਕੇ ਇਹ ਬੱਚਿਆਂ ਦੀ ਆਪਣੀ ਆਪਣੀ ਸਮਝ ਤੇ ਜਾਂ ਉਹਨਾਂ ਦੀ ਆਪਣੀ ਦਿਲਚਸਪੀ ਤੇ, ਉਹਨਾਂ ਦੇ ਧਿਆਨ ਤੇ ਡਿਪੈਂਡ ਕੀਤਾ ਵੀ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਟੀਚਰ ਗੁਰੂ ਦੇ ਬੋਲਾਂ ਨੂੰ ਸਰਵਣ ਕੀਤਾ ਤੇ ਉਹਨੂੰ ਘਰ ਜਾ ਕੇ ਕਿੰਨਾ ਕੁ ਪੜ੍ਹਿਆ, ਕਿੰਨਾ ਕੁ ਵਾਚਿਆ, ਕਿੰਨਾ ਕੁ ਪ੍ਰੈਕਟਿਸ ਕੀਤੀ ਹੈ ਸਵਾਲਾਂ ਦੀ। ਤੇ ਜਿਸ ਨੇ ਸੁਣ ਕੇ ਬਹੁਤ ਮਿਹਨਤ ਕੀਤੀ ਹੋਵੇ, ਅਸੀਂ ਬਾਣੀ ਹੁਣ ਸੁਣੀ ਹੈ ਨਾ, ਕਥਾ ਸੁਣੀ ਹੈ, ਹੁਣ ਇਸ ਤੋਂ ਬਾਅਦ ਮਿਹਨਤ ਸ਼ੁਰੂ ਹੋਣੀ ਹੈ ਇਹਨੂੰ ਕਮਾਉਣ ਦੀ। ਹੁਣ ਸਾਨੂੰ ਦਿਨ ਭਰ ਵਿੱਚ ਕੌੜਾ ਬੋਲ ਬੋਲੇ ਜਾਣੇ ਨੇ, ਹੋ ਸਕਦਾ ਘਰੋਂ ਵੀ ਬੋਲੇ ਜਾਣ, ਹੋ ਸਕਦਾ ਕਿਸੇ ਮਿੱਤਰ ਜਾਂ ਗੁਆਂਢੀ ਵੱਲੋਂ ਬੋਲੇ ਜਾਣ, ਹੋ ਸਕਦਾ ਰਾਹ ਜਾਂਦੇ ਕੋਈ ਇੱਦਾਂ ਦਾ ਮਿਲ ਪਵੇ ਉਹੀ ਕੌੜੇ ਬੋਲ ਬੋਲ ਦੇਵੇ। ਸੋ ਉਹਨੂੰ ਦੇਖ ਕੇ ਅਣਡਿੱਠ ਕਰਨਾ, ਇਹ ਜੋ ਅਸੀਂ ਪੜ੍ਹ ਕੇ ਚੱਲੇ ਹਾਂ ਬਸ ਇਹੀ ਕਮਾਈ ਹੈ, ਇਹੀ ਆਤਮਿਕ ਅਵਸਥਾ ਹੈ। ਜਿਸ ਤਰ੍ਹਾਂ ਦਾ ਕੋਈ ਹੁੰਦੀ ਗੱਲ ਉਸ ਨੂੰ ਇਗਨੋਰ ਕਰ ਦੇਣਾ, ਉਸ ਵੱਲ ਧਿਆਨ ਹੀ ਨਹੀਂ ਦੇਣਾ, ਕਿਉਂਕਿ ਜੇ ਉਸ ਵੱਲ ਧਿਆਨ ਦਿੱਤਾ ਫਿਰ ਅਸੀਂ ਉਲਝ ਜਾਵਾਂਗੇ। ਜਦੋਂ ਅਸੀਂ ਕਿਸੇ ਝਗੜਾਲੂ ਬੰਦੇ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਨਾ, ਫਿਰ ਅਸੀਂ ਉਲਝ ਜਾਵਾਂਗੇ। ਜੇ ਉਹਨੂੰ ਛੱਡ ਕੇ ਦੂਜੀ ਗਲੀ ਵੜ ਜਾਈਏ, ਉਸ ਨੂੰ ਛੱਡ ਕੇ ਦੂਜੇ ਕਮਰੇ ਵਿੱਚ ਚਲੇ ਜਾਈਏ, ਉਸ ਕੋਲੋਂ ਉੱਠ ਕੇ ਹੋਰ ਪਾਸੇ ਚਲੇ ਜਾਈਏ, ਉਲਝਣ ਵਿੱਚ ਨਹੀਂ ਫਸਾਂਗੇ। ਕਿਉਂਕਿ ਮਹਾਰਾਜ ਜੀ ਕਹਿੰਦੇ ਮੂਰਖੇ ਨਾਲ ਨਾ ਲੋਝੀ ਹੈ। ਇਹ ਸਾਰੀ ਦਾਤ ਪਤਾ ਕਿੱਥੋਂ ਮਿਲਦੀ ਹੈ? ਸੰਗਤ ਚੋਂ। ਕਿਉਂਕਿ ਅਸੀਂ ਹੁਣ ਇਹ ਜਿਹੜੀ ਗੱਲ ਸੁਣੀ ਹੈ ਨਾ, ਹੋ ਸਕਦਾ ਸਾਨੂੰ ਦਿਨ ਵਿੱਚ ਕੋਈ ਮਿਲੇ ਤੇ ਸਾਨੂੰ ਇੱਕਦਮ ਯਾਦ ਆ ਜਾਏਗਾ ਵੀ ਸਵੇਰੇ ਅਸੀਂ ਗੁਰੂ ਦੀ ਗੋਦ ਵਿੱਚੋਂ ਇਹ ਗੱਲ ਸੁਣੀ ਸੀ ਪਈ ਛੱਡ ਦਿਓ। ਜਿਹੜਾ ਕੋਈ ਮਾੜਾ ਬੰਦਾ ਮਾੜੀ ਵਿਚਾਰ ਮਾੜੀ ਗੱਲ ਕਰਦਾ, ਛੇਤੀ ਉੱਠ ਪਾਓ ਉਹਦੇ ਕੋਲੋਂ, ਦੇਰ ਨਾ ਲਾਓ, ਇੱਕਦਮ ਉੱਠ ਪਾਓ। ਚਾਹੇ ਉਸ ਵੇਲੇ ਇਹ ਵੀ ਕਹਿ ਦਿੱਤਾ ਜਾਏ ਮੈਨੂੰ ਕੋਈ ਕੰਮ ਹੈ, ਮਤਲਬ ਮੈਨੂੰ ਇਹੀ ਕੰਮ ਹੈ, ਮੈਂ ਸੱਚ ਵੱਲ ਤੁਰਨਾ ਮੈਨੂੰ ਇਹ ਕੰਮ ਹੈ, ਮੈਂ ਝੂਠ ਨੂੰ ਛੱਡਣਾ ਮੈਨੂੰ ਇਹ ਕੰਮ ਹੈ, ਮੈਂ ਕਿਸੇ ਦੇ ਕੋਲੋਂ ਨਿੰਦਿਆ ਨੂੰ ਛੱਡ ਕੇ ਤੁਰਨਾ, ਇੱਥੋਂ ਜਾਣਾ ਇਹ ਵੀ ਮੈਨੂੰ ਕੰਮ ਹੈ। ਕਹਿ ਦਿਓ ਮੈਨੂੰ ਕੰਮ ਹੈ, ਮਤਲਬ ਮੈਨੂੰ ਸੱਚ ਤੇ ਰਾਹ ਤੇ ਤੁਰਦਾ ਕੰਮ ਹੈ, ਇਹ ਵੀ ਕੰਮ ਹੀ ਹੈ। ਮੈਂ ਝੂਠ ਦੀ ਸੰਗਤ ਨਹੀਂ ਕਰਨੀ, ਮੈਂ ਨਿੰਦਿਆ ਦੀ ਸੰਗਤ ਨਹੀਂ ਕਰਨੀ, ਮੈਂ ਚੱਲਾਂ ਬਈ ਮੈਨੂੰ ਕੰਮ ਹੈ, ਕੋਈ ਝੂਠ ਨਹੀਂ। ਇਸ ਕਰਕੇ ਇਹ ਆਤਮਿਕ ਅਵਸਥਾ, ਆਤਮਿਕ ਸਮਰੱਥਾ ਇਹ ਕਿੱਥੋਂ ਮਿਲਦੀ ਹੈ? ਸੰਗਤ ਵਿੱਚੋਂ, ਸੰਗਤ ਵਿੱਚੋਂ, ਗੁਰੂ ਕੋਲੋਂ। ਇਸ ਕਰਕੇ ਸਾਧਕ ਹੈ ਸੰਗ ਸਰਬ ਥਾਨ ਗਮ। ਆਖਰੀ ਪੰਕਤੀ, ਨਾਨਕ ਸਾਧਕ ਹੈ ਸੰਗ ਸਫਲ ਜਨਮ। ਸੋ ਜਨਮ ਸਫਲ ਹੋ ਜਾਂਦਾ ਹੈ। ਧਿਆਨ ਦੇਣਾ, ਬੜਾ ਕੀਮਤੀ ਜਨਮ ਹੈ। ਸਾਰਿਆਂ ਦਾ ਸਫਲ ਨਹੀਂ ਹੁੰਦਾ, ਸਾਰਿਆਂ ਦੀ ਯਾਤਰਾ ਸਫਲ ਨਹੀਂ ਹੁੰਦੀ। ਜੋ ਸੰਗਤ ਕਰੇਗਾ ਹਰਿਆ ਭਰਿਆ ਰਹੇਗਾ। ਹਰੀਆਂ ਹਰੀਆਂ ਖੇਤੀਆਂ ਲੱਗਣ ਪਿਆਰੀਆਂ, ਜਿੱਥੇ ਗੁਰੂ ਨਾਨਕ ਨੇ ਮੱਝੀਆਂ ਸੀ ਚਾਰੀਆਂ, ਖੇਤੀਆਂ ਹਰੀਆਂ ਹੀ ਪਿਆਰੀਆਂ ਲੱਗਦੀਆਂ। ਸੁੱਕੀ ਖੇਤੀ ਕਦੀ ਚੰਗੀ ਨਹੀਂ ਲੱਗਦੀ, ਕਦੀ ਵੀ ਨਹੀਂ ਚੰਗੀ ਲੱਗਦੀ। ਸੁੱਕੀ ਖੇਤੀ ਕਦੇ ਵੀ ਚੰਗੀ ਨਹੀਂ ਲੱਗਦੀ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਗੁਰ ਵਨ ਤ੍ਰਿਨ ਹਰਿਆ ਕੀਤਿਆ, ਨਾਨਕਾ ਕਿਆ ਮਨੁੱਖ, ਨਾਨਕ ਨਾਮੈ ਸਭ ਹਰਿਆਵਲੀ। ਗੁਰ ਕੈ ਸ਼ਬਦ ਵਿਚਾਰ, ਖੁਸ਼ ਰਹਿਣਾ ਚਾਹੁੰਦੇ ਆ, ਸਾਰਾ ਦਿਨ ਹੱਸਣਾ ਚਾਹੁੰਦੇ ਆ,
ਮੱਥੇ ਤੇ ਤਿਉੜੀਆਂ ਨੂੰ ਮਿਟਾਉਣਾ ਚਾਹੁੰਦੇ ਆ। ਸਾਰਾ ਦਿਨ ਹੀ ਖੁਸ਼ੀ ਖੁਸ਼ੀ ਨਾਲ ਸਾਡਾ ਲੰਘੇ। ਗਿਆਨ ਪ੍ਰਾਪਤ ਕਰੀਏ ਗੁਰੂ ਤੋਂ, ਗੁਰੂ ਦੀ ਸਿੱਖ ਸੁਣੀਏ, ਗੁਰੂ ਤੋਂ ਸਿੱਖਿਆ ਸੁਣੀਏ। ਹਮੇਸ਼ਾ ਹੀ ਖੁਸ਼ ਰਵਾਂਗੇ, ਹੱਸਦੇ ਰਵਾਂਗੇ। ਚਾਹੇ ਸਾਨੂੰ ਕੋਈ ਨੈਗੇਟਿਵ ਕੋਈ ਚੀਜ਼ ਵਿਚਾਰ ਸੁਣਨ ਨੂੰ ਮਿਲੇ, ਅਸੀਂ ਉਸ ਨੂੰ ਇਗਨੋਰ ਕਰ ਦਿਆਂਗੇ। ਅਸੀਂ ਕਹਾਂਗੇ ਨਹੀਂ ਵੀ ਇਹ ਸਾਡੇ ਕੰਮ ਦੀ ਚੀਜ਼ ਨਹੀਂ, ਕਿਉਂਕਿ ਅਸੀਂ ਗੁਰੂ ਕੋਲ ਸੁਣਿਆ। ਅਸੀਂ ਸਵੇਰੇ ਇਹ ਚੀਜ਼ ਸੁਣ ਕੇ ਆਏ ਵੀ ਇਹ ਸਾਡਾ ਫੀਲਡ ਨਹੀਂ, ਇਹ ਸਾਡਾ ਕੰਮ ਨਹੀਂ, ਸਾਡਾ ਵਿਸ਼ਾ ਨਹੀਂ। ਤੁਸੀਂ ਭਾਈ ਕਰਨਾ ਕਰੋ, ਪਰ ਮੈਂ ਨਹੀਂ ਇਹ ਕਰਾਂਗਾ। ਮੈਂ ਗਲਤ ਚੀਜ਼ ਨਹੀਂ ਕਰਾਂਗਾ, ਗਲਤ ਇਨਸਾਨ ਕੋਲ ਨਹੀਂ ਬੈਠਾਂਗਾ, ਗਲਤ ਪਾਸੇ ਨਹੀਂ ਜਾਵਾਂਗਾ, ਗਲਤ ਨਹੀਂ ਖਾਵਾਂਗਾ, ਗਲਤ ਨਹੀਂ ਪੀਵਾਂਗਾ, ਗਲਤ ਕਰਮ ਨਹੀਂ ਕਰਾਂਗਾ। ਕਿਉਂਕਿ ਮੇਰੇ ਗੁਰੂ ਨੇ ਸਵੇਰੇ ਮੈਨੂੰ ਸਾਰਾ ਕੁਝ ਦੱਸ ਦਿੱਤਾ, ਮੈਂ ਸੰਗਤ ਕੀਤੀ ਹੈ। ਇਹਦਾ ਮਤਲਬ ਬੰਦਾ ਹਾਰਿਆ ਹੋ ਗਿਆ। ਜਦੋਂ ਗਲਤ ਕਰਮ ਕਿਸੇ ਨੇ ਕਰ ਲਿਆ ਕਿਸੇ ਦੇ ਨਾਲ ਮਿਲ ਕੇ, ਉਹ ਦੋਸ਼ੀ ਹੋ ਗਿਆ। ਉਸ ਦੋਸ਼ ਨੇ ਇਸ ਨੂੰ ਖੁਸ਼ ਨਹੀਂ ਹੋਣ ਦੇਣਾ, ਇਸ ਦੇ ਮਨ ਤੇ ਬੋਝ ਪਾ ਦੇਣਾ। ਜਦੋਂ ਕੋਈ ਗਲਤ ਕਰਮ ਕਰਦਾ ਹੈ ਨਾ, ਤੁਸੀਂ ਉਸ ਨੂੰ ਕਦੀ ਖੁਸ਼ ਨਹੀਂ ਦੇ ਸਕਦੇ। ਉਹ ਬਾਹਰੋਂ ਭਾਵੇਂ ਖੁਸ਼ ਹੁੰਦਾ ਹੋਵੇ, ਪਰ ਅੰਦਰੋਂ ਅਸਲ ਦੇ ਵਿੱਚ ਉਹ ਦੁਖੀ ਰਹਿੰਦਾ ਹੈ। ਕਿਸੇ ਨੂੰ ਦੁੱਖ ਦੇਣ ਵਾਲਾ, ਕਿਸੇ ਨੂੰ ਪਰੇਸ਼ਾਨ ਕਰਨ ਵਾਲਾ, ਕਿਸੇ ਨੂੰ ਲੁੱਟਣ ਵਾਲਾ, ਕਿਸੇ ਦਾ ਨੁਕਸਾਨ ਕਰਨ ਵਾਲਾ, ਕਿਸੇ ਦੀ ਨਿੰਦਿਆ ਕਰਨ ਵਾਲਾ, ਕਿਸੇ ਦੀ ਈਰਖਾ ਜਾਂ ਕਿਸੇ ਨਾਲ ਹਮੇਸ਼ਾ ਨਫ਼ਰਤ ਕਰਨ ਵਾਲਾ, ਉਹ ਬੰਦਾ ਕਦੀ ਵੀ ਖੁਸ਼ ਹੋ ਹੀ ਨਹੀਂ ਸਕਦਾ। ਜਦੋਂ ਉਸ ਨੂੰ ਖਿਆਲ ਆਏਗਾ ਆਪਣੇ ਦੁਸ਼ਮਣ ਦਾ, ਉਹਨੂੰ ਇੱਕਦਮ ਗੁੱਸਾ ਚੜ੍ਹੇਗਾ, ਉਹਦੀ ਗੱਲ ਸ਼ੁਰੂ ਕਰ ਲਏਗਾ। ਠੀਕ ਹੈ ਜੀ। ਜਦੋਂ ਗਿਆਨ ਹੋਏਗਾ ਉਹ ਗੱਲ ਨਹੀਂ ਸ਼ੁਰੂ ਕਰੇਗਾ ਉਸ ਦੀ। ਉਹ ਕਹੇਗਾ ਛੱਡ, ਮੈਂ ਭੂਤ ਥੋੜੋ ਹਾਂ ਜਿਹੜਾ ਮੈਂ ਭੂਤ ਕਾਲ ਦੇ ਵਿੱਚ ਜੀਵਾਂ। ਜਿਹੜਾ ਲੰਘ ਗਿਆ ਲੰਘ ਗਿਆ। ਮੈਨੂੰ ਤੇ ਗੁਰੂ ਨੇ ਕਿਹਾ ਵੀ ਤੂੰ ਅਗਾਹਾਂ ਕੋ ਤਰਾਗ, ਅੱਗੇ ਨੂੰ ਦੇਖ, ਪਿੱਛਾ ਫਿਰਨਾ ਮੋਢੜਾ। ਤੂੰ ਗੁਰੂ ਦਾ ਬਹੁਤ ਚੰਗਾ ਪੁੱਤਰ ਹੈ, ਲਾਇਕ ਪੁੱਤਰ ਹੈ। ਤੂੰ ਅੱਗੇ ਨੂੰ ਦੇਖ, ਤੂੰ ਆਪਣਾ ਫਿਊਚਰ ਸੇਫ ਕਰ, ਤੂੰ ਆਪਣੇ ਅੱਗੇ ਨੂੰ ਸੰਭਾਲ, ਤੂੰ ਪਿਛਲੀ ਛੱਡ ਜ਼ਿੰਦਗੀ। ਪਾਛੇ ਜੋ ਬੀਤੀ ਸੋ ਬੀਤੀ ਛੱਡ ਦੇ, ਜੋ ਹੋ ਗਿਆ ਚੰਗਾ ਹੋਇਆ ਮਾੜਾ ਹੋਇਆ ਛੱਡ ਦੇ। ਇਸ ਕਰਕੇ ਅੱਗੇ ਨੂੰ ਦੇਖ, ਅੱਗੇ ਨੂੰ ਦੇਖ ਕੇ ਚੱਲੇਗਾ ਤੇ ਡਿੱਗੇਗਾ ਨਹੀਂ। ਪਿੱਛੇ ਨੂੰ ਦੇਖ ਕੇ ਚੱਲੇਗਾ ਹਮੇਸ਼ਾ ਡਿੱਗੇਗਾ। ਜਿਹੜਾ ਪਿੱਛੇ ਪਿੱਛੇ ਮੁੜ ਮੁੜ ਵੇਖਦਾ, ਲੋਕੀ ਉਸ ਤੇ ਸ਼ੱਕ ਕਰਦੇ ਨੇ ਪਿੱਛੇ ਨੂੰ ਕਿਉਂ ਦੇਖਦਾ, ਇਹਦੀ ਨੀਅਤ ਨਹੀਂ ਚੰਗੀ। ਧਿਆਨ ਦੇਣਾ, ਇਹਨੂੰ ਰਸਤੇ ਦਾ ਨਹੀਂ ਪਤਾ, ਪਿੱਛੇ ਕਿਉਂ ਦੇਖਦਾ ਬਈ। ਇਸ ਕਰਕੇ ਅੱਗੇ ਨੂੰ ਦੇਖੀਦਾ, ਆਪਣੇ ਰਾਹ ਨੂੰ ਦੇਖੀਦਾ, ਆਪਣੀ ਮੰਜ਼ਿਲ ਵੱਲ ਵਧੀਦਾ। ਚਰਨ ਚਲੋ ਮਾਰਗ ਗੋਬਿੰਦ, ਆਪਣੇ ਮਾਰਗ ਨੂੰ ਨਹੀਂ ਛੱਡੀਦਾ, ਮਾਰਗ ਨੂੰ ਦੇਖੀਦਾ। ਸੋ ਨਾਨਕ ਸਾਧ ਕੈ ਸੰਗ ਸਫਲ ਜਨਮ। ਜਿਹੜਾ ਗੁਰੂ ਦੀ ਸੰਗਤ, ਸਾਧਿਆਂ ਦੀ ਸੰਗਤ, ਜਿਨ੍ਹਾਂ ਦੇ ਚੋਲੇ ਰਤਲੇ ਨੇ, ਉਹਨਾਂ ਦੀ ਸੰਗਤ ਕਰਦਾ, ਮਹਾਰਾਜ ਜੀ ਕਹਿੰਦੇ ਉਹਦਾ ਜੀਵਨ ਸਫਲ ਬਣਨਾ ਹੀ ਬਣਨਾ। ਜਿਹੜਾ ਆਪ ਖੁਸ਼ ਹੈ ਨਾ, ਤੁਹਾਨੂੰ ਉਹਨੇ ਖੁਸ਼ ਕਰ ਦੇਣਾ। ਕਈ ਬਹੁਤ ਬੰਦੇ ਮਜ਼ਾਕੀ ਹੁੰਦੇ ਨੇ, ਉਹ ਹਮੇਸ਼ਾ ਖੁਸ਼ ਹੀ ਰੱਖਦੇ ਨੇ, ਉਹਨਾਂ ਦਾ ਸੁਭਾਅ ਮਜ਼ਾਕ ਵਾਲਾ ਹੁੰਦਾ। ਤੇ ਕਈ ਇੱਦਾਂ ਦੇ ਹੁੰਦੇ ਨੇ ਜਿਹੜੇ ਹਮੇਸ਼ਾ ਹੀ ਬਸ ਤੜਫਦੇ ਰਹਿੰਦੇ ਨੇ। ਉਹ ਆਪ ਵੀ ਉਹਨਾਂ ਨੇ ਤੜਫਣਾ, ਦੂਜੇ ਨੂੰ ਵੀ ਤੜਫਾਉਣ ਤੇ ਹੀ ਲਾ ਦੇਣਾ। ਇਸ ਕਰਕੇ ਉਹਨਾਂ ਦੀ ਸੰਗਤ ਕਰੀਏ ਜਿਹੜੇ ਪ੍ਰਸੰਨ ਰਹਿੰਦੇ ਨੇ, ਜਿਹੜੇ ਚੰਗੀ ਚੀਜ਼ ਸਾਨੂੰ ਦੱਸਦੇ ਨੇ, ਜਿਹੜੇ ਆਪ ਵੀ ਖੁਸ਼ ਨੇ ਤੇ ਖੁਸ਼ੀ ਵੰਡਦੇ ਨੇ, ਜਿਨ੍ਹਾਂ ਦੇ ਅੰਦਰ ਕੋਈ ਵੀ ਦੁਈ ਦਵੈਤ, ਕੋਈ ਵੈਰ, ਕੋਈ ਕਿਸੇ ਤਰ੍ਹਾਂ ਦੀ ਮਾੜੀ ਭਾਵਨਾ ਨਹੀਂ ਹੈ। ਉਸ ਦੀ ਸੰਗਤ ਕਰੇਗਾ, ਉਹਨੂੰ ਕਹਿੰਦੇ ਨੇ ਸਾਧ। ਤੇ ਫਿਰ ਨਾਨਕ ਸਾਧ ਕੇ ਸੰਗ ਸਫਲ ਜਨਮ, ਤੇਰਾ ਜਨਮ ਵੀ ਸਫਲ ਹੋ ਜਾਏਗਾ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ। ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ 271 ਔਰ 272 ਦੇ ਉੱਪਰ ਇਹ ਸ਼ਬਦ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਪੌੜੀ 5ਵੀਂ ਸੀ। ਔਰ ਇਹ ਅਸੀਂ ਸ਼ਬਦ ਸਰਵਣ ਕੀਤਾ ਹੈ ਵਿਚਾਰ ਦੇ ਰੂਪ ਦੇ ਵਿੱਚ। ਗੁਰੂ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਦੇ ਹਾਂ, ਮਹਾਰਾਜ ਜੀ ਇਸ ਸ਼ਬਦ ਦਾ ਭਾਵ, ਅਰਥ, ਅਸਰ ਸਦੀਵ ਹੀ ਸਾਡੇ ਹਿਰਦੇ ਵਿੱਚ ਵਸ ਜਾਏ। ਇਹ ਗਿਆਨ ਪ੍ਰਕਾਸ਼ ਦੇ ਰੂਪ ਦੇ ਵਿੱਚ ਸਾਡੀ ਅਗਵਾਈ ਕਰੇ, ਸਾਨੂੰ ਚੰਗੇ ਪਾਸੇ ਲੈ ਕੇ ਜਾਵੇ। ਜਦੋਂ ਤੱਕ ਸਾਡੀ ਆਤਮਾ ਹੈ, ਇਹ ਆਤਮਕ ਗਿਆਨ ਸਾਨੂੰ ਸਦਾ ਹੀ ਰੌਸ਼ਨੀ ਦਿੰਦਾ ਰਹੇ। ਇੰਨੀ ਸੇਵਾ ਪ੍ਰਵਾਨ ਕਰਨੀ ਦੇਸ਼ ਪ੍ਰਦੇਸ਼ ਗੁਰੂ ਦੀ ਹਜ਼ੂਰੀ ਵਿੱਚ ਸਭ ਬੈਠੀਆਂ ਹੋਈਆਂ ਸੰਗਤਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਇੰਨੀ ਸੇਵਾ ਪ੍ਰਵਾਨ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।